ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਕਿਦਾ ਸਾਹਿਬ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ ਚਾਵਲਾ ਸਾਹਿਬ। ਸਤਿ ਸ਼੍ਰੀ ਅਕਾਲ ਸਾਰੇ ਦਰਸ਼ਕਾਂ ਸਰੋਤਿਆਂ ਨੂੰ ਜੀ। ਧੰਨਵਾਦ ਤੁਹਾਡਾ ਚਾਵਲਾ ਸਾਹਿਬ, ਸ਼ੁਕਰੀਆ। ਸਿੱਧੂ ਸਾਹਿਬ ਕਹਿੰਦਾ ਹੈ ਕਿ ਅਗਲਾ ਮੁੱਖ ਮੰਤਰੀ ਲੋਕ ਤੈਅ ਕਰਨਗੇ। ਨਵਜੋਤ ਸਿੱਧੂ ਕਾਂਗਰਸ ਪ੍ਰਧਾਨ ਤੋਂ ਦਿੱਤਾ ਅਸਤੀਫਾ ਵਾਪਸ ਲੈ ਲਿਆ। ਉਹ ਤਾਂ ਜਨਾਬ ਉਦੋਂ ਦਾ ਹੀ ਵਾਪਸ ਹੋਇਆ ਫਿਰਦਾ ਸੀ। ਕੀ ਕਹਿਣਾ ਚਾਹੋਗੇ? ਹਾਂ ਚਾਵਲਾ ਸਾਹਿਬ, ਦੇਖੋ ਉਹਨਾਂ ਨੇ ਕੱਲ ਬਾਵਾ ਪ੍ਰੈਸ ਕਾਨਫਰੰਸ ਦੇ ਵਿੱਚ ਗੱਲ ਕੀਤੀ ਹੈ ਤੇ ਇੱਕ ਦੋ ਗੱਲਾਂ ਵਿੱਚ ਉਲਝੇ ਵੀ ਹੈਗੇ ਫਿਰ ਉਹ। ਤੇ ਉਹਨਾਂ ਨੇ ਕਿਹਾ ਕਿ ਪੁੱਛਦੇ ਪੱਤਰਕਾਰ ਵੀ ਅਗਲਾ ਮੁੱਖ ਮੰਤਰੀ ਕੌਣ ਹੋਏਗਾ, ਚਿਹਰਾ ਕੌਣ ਹੋਏਗਾ। ਕਹਿੰਦੇ ਵੀ ਲੋਕ ਤੈਅ ਕਰਨਗੇ, ਲੋਕਾਂ ਦੀਆਂ ਸੱਥਾਂ ਤੈਅ ਕਰਨਗੀਆਂ। ਲੋਕ ਕੀ ਚਰਚਾ ਕਰਦੇ ਆ ਉਹ ਤੈਅ ਕਰਨਗੇ ਅਗਲਾ ਮੁੱਖ ਮੰਤਰੀ ਕੌਣ ਹੋਏਗਾ। ਮਤਲਬ ਕਿ ਮਨ ਦੇ ਵਿੱਚ ਲੱਡੂ ਫੁੱਟ ਰਿਹਾ, ਅਜੇ ਨਿਕਲੇ ਨਹੀਂ, ਗੱਲ ਹੋ ਗਈ ਅਜੇ ਤਾਂ। ਅਜੇ ਮਨ ਵਿੱਚ ਗੱਲ ਹੈਗੀ ਹੈ ਵੀ ਹਾਂ ਅਗਲਾ ਮੁੱਖ ਮੰਤਰੀ ਨਵਜੋਤ ਸਿੱਧੂ ਹੀ ਹੋਏਗਾ। ਇੱਕ ਤਾਂ ਇਹ ਗੱਲ ਸਪਸ਼ਟ। ਦੂਜੇ ਪਾਸੇ ਉਹਨਾਂ ਨੇ ਕਿਹਾ ਕਿ ਜਿਹੜਾ ਚੰਨੀ ਸਾਹਿਬ ਨੇ ਸਾਡੇ ਮੁੱਖ ਮੰਤਰੀ ਦੇ ਮੇਰੇ ਉਹਨਾਂ ਕੋਈ ਮਤਭੇਦ ਨਹੀਂ ਹੈਗੇ। ਮੈਂ ਬਿਲਕੁਲ ਉਹਨਾਂ ਨਾਲ ਠੀਕ ਹੈਗਾ। ਮੈਂ ਪੰਜਾਬ ਦੇ ਪ੍ਰਤੀ ਗੱਲ ਕਰਦਾ, ਮੇਰਾ ਕਿਸੇ ਨਾਲ ਕੋਈ ਗੁੱਸਾ ਰੋਸ ਨਹੀਂ ਹੈਗਾ। ਹਾਂ ਗੱਲ ਇਹ ਹੈ ਵੀ ਲੋਕਾਂ ਦੇ ਵਿੱਚ ਮਨ ਵਿੱਚ ਭਾਵਨਾ ਅਜੇ ਵੀ ਖੜੀ ਹੈ ਕਿ ਜਿਹੜਾ DGP ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਬਚਾਉਣ ਵਾਸਤੇ ਕੰਮ ਕਰਦਾ ਰਿਹਾ ਬੰਦਾ, ਉਹ ਅੱਜ ਸਾਡਾ DGP ਹੈਗਾ। ਉਹ ਠੀਕ ਨਹੀਂ ਗੱਲ ਹੈਗੀ। ਜਿਹੜਾ ਐਡਵੋਕੇਟ ਜਨਰਲ ਸੀਗਾ ਉਹ ਛੱਡ ਕੇ ਚਲਾ ਗਿਆ, ਖੈਰ ਉਹ ਤਾਂ ਰਿਜ਼ਾਈਨ ਹੋ ਗਿਆ ਉਹਦਾ, ਪਰ ਉਹ ਵੀ ਗੱਲ ਠੀਕ ਨਹੀਂ ਸੀਗੀ। ਉਹਨਾਂ ਕਿਹਾ ਕਿ ਜਦੋਂ ਤੱਕ ਨਾ ਪੂਰੇ ਬੇਅਦਬੀ ਦੇ ਮੁੱਦੇ ਉੱਤੇ ਗੱਲ ਨਹੀਂ ਹੋ ਜਾਂਦੀ, ਨਸ਼ਿਆਂ ਦੇ ਤਸਕਰ ਨਹੀਂ ਫੜੇ ਜਾਂਦੇ, ਉਦੋਂ ਤੱਕ ਪ੍ਰੋਬਲਮਾਂ ਖੜੀਆਂ ਰਹਿਣੀਆਂ। ਮੈਂ ਤਾਂ ਬੋਲਦਾ ਰਹਾਂਗਾ ਇਸ ਤਰੀ। ਪਰ ਅਗਲਾ ਜਿਹੜਾ ਮੁੱਖ ਮੰਤਰੀ ਹੈ ਕੌਣ ਤੈਅ ਕਰੇਗਾ। ਸਰਕਾਰ ਅਗਲੀ ਜਿਹੜੀ ਬਣਨ ਜਾ ਰਹੀ ਹੈ ਕਾਂਗਰਸ, 100 ਦੇ ਕਰੀਬ ਸੀਟਾਂ ਅਸੀਂ ਕਾਂਗਰਸ ਦੇ ਲੈ ਰਹੇ ਹਾਂ। ਅਗਲੀ ਇਹ ਚੋਣ ਬਾਈ ਜਾ ਰਹੀ ਹੈ ਉਹ ਲੈ ਰਹੇ ਹਾਂ ਅਸੀਂ, ਜਿੱਤ ਸਾਡੀ ਪੱਕੀ ਹੋਣੀ ਆ। ਉਹਨੇ ਇਹ ਵੀ ਗੱਲ ਚਾਵਲਾ ਸਾਹਿਬ ਆਖੀ ਆ ਕਿ ਅਸੀਂ ਦੋਵੇਂ ਮੁੱਖ ਮੰਤਰੀ ਆ ਤੇ ਇੱਕ ਆਏ ਆ, ਦੋਵੇਂ ਜਣੇ ਅਸੀਂ ਪੰਜਾਬ ਨੂੰ ਸੁਧਾਰਨ ਵਾਸਤੇ ਵਧੀਆ ਕੰਮ ਕਰਨ ਜਾ ਰਹੇ ਹਾਂ, ਚੰਗੇ ਕੰਮ ਕਰਨ ਜਾ ਰਹੇ ਹਾਂ। ਚਲੋ ਕਰੂਜ਼ ਡਰੱਗ ਮਾਮਲਾ ਕਾਫੀ ਚਰਚਾ ਰਿਹਾ। ਇੱਕ ਕਰੂਜ਼ ਬੰਦਰਗਾਹ ਤੋਂ ਚੱਲਦੇ ਨੇ, ਉਸ ਬੰਦਰਗਾਹ ਤੇ ਕੁਇੰਟਲਾਂ ਦੇ ਹਿਸਾਬ ਨਾਲ ਆਈ ਤੇ ਕੋਈ ਖਬਰ ਨਹੀਂ। ਇੱਕ ਕਰੂਜ਼ ਦੇ ਵਿੱਚ ਆਰੀਅਨ ਖਾਨ ਸੀ, ਸਲਮਾਨ ਖਾਨ ਦਾ ਸ਼ਾਹਰੁਖ ਖਾਨ ਦਾ ਬੇਟਾ, ਤੇ ਉਹ ਤੇ ਉਹਦੇ ਸਾਥੀ ਤੇ ਬੜੀ ਵੱਡੀ ਖਬਰ ਬਣ ਗਈ ਵਰਲਡ ਵਾਈਡ। ਪਰ ਇੱਕ ਪਾਸੇ ਵੱਡੀ ਡਰੱਗ ਜਿਹੜੀ ਉਹ ਬੰਦਰਗਾਹ ਤੇ ਪਹੁੰਚੀ, ਕੋਈ ਖਬਰ ਲੱਭੀ ਨਹੀਂ ਮੇਰੇ ਖਿਆਲ 'ਚ। ਭਾਰਤੀ ਮੀਡੀਆ ਨੂੰ ਇੱਕ ਦੋ ਵਾਰੀ ਲੱਭੀ ਹੋਣੀ ਹੈ ਕਿਤੇ ਮਾੜੀ ਮੋਟੀ। ਵੇਖ ਲਓ, ਇਹਨੂੰ ਕਹਿੰਦੇ ਹੱਡੀਆਂ। ਕਰੂਜ਼ ਡਰੱਗ ਕੇਸ ਸਮੀਰ ਵਾਨਖੇੜੇ ਨੂੰ ਆਰੀਨ ਖਾਨ ਕੇਸ ਤੋਂ ਲਾਂਭੇ ਕਰ ਦਿੱਤਾ ਗਿਆ। ਇੱਕ ਬੜੀ ਵੱਡੀ ਖਬਰ ਹੈ ਵੀ, ਕੀ ਕਹਿਣਾ ਚਾਹੋਗੇ? ਚਾਵਲਾ ਸਾਹਿਬ ਅਸਲ 'ਚ ਬਹੁਤ ਵੱਡੀ ਖਬਰ ਪੰਜਾਬ 'ਚ। ਸਮੀਰ ਵਾਨਖੇੜੇ ਭਾਵੇਂ ਕਿ ਜਨਰਲ ਡਾਇਰੈਕਟਰ ਬਣੇ ਜਾਣਗੇ NCB ਦੇ, ਪਰ ਇਹਦੀ ਪੜਤਾਲ ਹੁਣ ਇਹ ਨਹੀਂ ਕਰਨਗੇ। ਉਹ 5 ਕੇਸ ਹੈਗੇ ਨੇ ਜਿਹੜੇ ਡਰੱਗਸ ਨਾਲ ਜੁੜੇ ਹੋਏ ਨੇ ਤੇ ਉਹਨਾਂ ਦੇ ਸੰਬੰਧ ਵਿੱਚ ਇਹਨਾਂ ਨੂੰ ਲਾਂਭੇ ਕਰ ਦਿੱਤਾ ਗਿਆ। ਸਮੀਰ ਵਾਨਖੇੜੇ ਨੂੰ ਪਤਾ ਆਪਾਂ ਨੂੰ ਕਿ ਦੋਸ਼ ਬੜੇ ਵੱਡੇ ਲੱਗੇ ਨੇ। ਨਵਾਬ ਮਲਕ ਨੇ ਇਹ ਗੱਲ ਆਖੀ ਆ ਕਿ ਇਹ ਅਜੇ ਸ਼ੁਰੂ ਹੋਇਆ ਕੰਮ। ਜਿੰਨੇ ਸਮੀਰ ਵਾਨਖੇੜੇ ਨੇ ਗਲਤ ਕੰਮ ਕੀਤੇ ਆ ਸਾਰੇ ਨਸ਼ਰ ਹੋਣਗੇ ਤੇ ਉਹ ਫਿਰ ਇਹ ਨੌਕਰੀ ਵੀ ਜਾਏਗੀ ਤੇ ਇਹ ਵੀ ਜਾਏਗਾ ਜੇਲ੍ਹ ਦੇ ਵਿੱਚ। ਉਹਨੇ ਫਿਰ ਇਹ ਗੱਲ ਆਖੀ ਆ ਨਵਾਬ ਮਲਕ ਨੇ। ਚਾਵਲਾ ਸਾਹਿਬ ਅਸਲ ਵਿੱਚ ਜਿਹੜਾ ਆਰੀਅਨ ਖਾਨ ਦਾ ਕੇਸ ਬਹੁਤ ਚਰਚਾ 'ਚ ਹੋਇਆ ਤੇ ਜੇਕਰ ਪ੍ਰਭਾਕਰ ਸੈਲ ਦੀ ਜਿਹੜਾ ਐਫੀਡੈਵਿਟ ਹੈਗਾ, ਜੇ ਉਹ ਸਹੀ ਤਰੀਕੇ ਨਾਲ ਪੜਤਾਲ ਚੱਲ ਰਹੀ ਆ, ਜੇ ਸਹੀ ਪੜਤਾਲ ਹੋ ਜਾਂਦੇ, ਦੋਸ਼ ਸਹੀ ਸਾਬਤ ਹੋ ਜਾਂਦੇ ਆ, ਸੱਚੀ ਮੁੱਚੀ ਨਵਾਬ ਮਲਕ ਦੀ ਗੱਲ ਸੱਚੀ ਹੋਏਗੀ। ਸਮੀਰ ਵਾਨਖੇੜੇ ਜੇਲ੍ਹ ਦੇ ਵਿੱਚ ਵੀ ਜਾ ਸਕਦਾ, ਨੌਕਰੀ ਦੀ ਹੱਥ ਹੋ ਸਕਦੀ ਹੈ, ਕਿਉਂਕਿ ਮਾਮਲਾ 25 ਕਰੋੜ ਦਾ ਚਾਵਲਾ ਸਾਹਿਬ। 25 ਕਰੋੜ ਦੇ ਵਿੱਚ ਉਹ ਮੰਗੀ ਸੀਗੀ, 8 ਕਰੋੜ ਦੇਣੇ ਸੀਗੇ ਜੇ ਐਫੀਡੈਵਿਟ ਦੀ ਗੱਲ ਮੰਨਦੇ ਆ ਆਪਾਂ। ਸ਼ਾਹਰੁਖ ਖਾਨ ਤੋਂ ਬੜੀ ਵੱਡੀ ਰਕਮ ਲੈਣੀ ਸੀਗੀ ਤੇ ਇਸ ਤੋਂ ਪਹਿਲਾਂ ਬਹੁਤ ਸਾਰੀਆਂ ਫਿਲਮੀ ਹਸਤੀਆਂ ਵੱਲੋਂ ਪੁੱਛਗਿੱਛ ਕੀਤੀ ਗਈ ਆ, ਦੀ ਪੁੱਛਗਿੱਛ ਕੀਤੀ ਆ ਤੇ ਉਹਨਾਂ ਫਿਲਮੀ ਹਸਤੀਆਂ ਦੀ ਬਾਅਦ ਵਿੱਚ ਕੋਈ ਪੁੱਛ ਪੜਤਾਲ ਨਹੀਂ ਹੋਈ। ਉਹਨਾਂ ਕੇਸਾਂ ਦਾ ਕੀ ਬਣਿਆ ਇਹ ਵੀ ਚਰਚਾ ਵਿੱਚ ਹੈਗੀ ਆ। ਸਮੀਰ ਵਾਨਖੇੜੇ ਦੀ ਪੜਤਾਲ ਹੁਣ ਜਿਹੜੀ ਏਜੰਸੀ ਕਰ ਰਹੀ ਆ ਦੋਸ਼ਾਂ ਦੀ, ਉਹ ਜੇ ਪੜਤਾਲ ਸਹੀ ਹੋ ਜਾਂਦੀ ਹੈ ਚਾਵਲਾ ਸਾਹਿਬ, ਹੋਰ ਵੀ ਉੜ ਸਕਦੇ ਸਮੀਰ ਵਾਨਖੇੜੇ। ਦੋਸਤੋ ਨੰਬਰ ਹੈ 905 813 1320 905 813 1320। ਦੁਨੀਆ ਭਰ ਦੀ ਹੁਣ ਯਾਤਰਾ ਜਿਹੜੀ ਹੈ ਖੁੱਲ੍ਹ ਗਈ ਹੈ। ਲੋਕ ਵੱਖ-ਵੱਖ ਦੇਸ਼ਾਂ ਦੇ ਵਿੱਚ ਜਿਹੜੇ ਨੇ ਉਹ ਜਾਣ ਲੱਗ ਪਏ ਨੇ, ਕਿਉਂਕਿ ਹੁਣ ਕਈਆਂ ਕੰਟਰੀਆਂ ਨੇ ਜਿਹੜਾ ਹੈ ਪਾਸਪੋਰਟ ਜਿਹੜੇ ਨੇ COVID-19 ਦੇ ਮਤਲਬ ਸਰਟੀਫਿਕੇਟ ਜਾਰੀ ਕਰ ਦਿੱਤੇ ਨੇ। ਰੈਸਟੋਰੈਂਟਾਂ ਦੇ ਵਿੱਚ ਜਾਈਦਾ ਉੱਥੇ ਵੀ ਵੇਖਦੇ ਨੇ, ਕਈਆਂ ਥਾਵਾਂ ਦੇ ਉੱਤੇ ਮਤਲਬ ਜਾਰੀ ਕਰ ਦਿੱਤਾ ਗਿਆ ਵੀ ਤੁਸੀਂ ਜਿਹੜਾ ਹੈ ਹੈਵ ਟੂ ਹੈਵ ਜਿਹੜਾ ਹੈ
ਨੋਟਿਸ ਜਾਰੀ ਕਰ ਦਿੱਤੇ ਗਏ ਨੇ। ਕੰਪਨੀ ਦੇ ਵਿੱਚ 100 ਤੋਂ ਵੱਧ ਤੁਹਾਡੇ ਕੋਲ EMPLOYE ਹੈ ਤੇ ਯੂ ਮਸਟ ਵੀ ਤੁਹਾਨੂੰ ਖਿਆਲ ਰੱਖਣਾ ਪਊਗਾ, ਟੀਕੇ ਲਵਾਉਣੇ ਪੈਣਗੇ। 에ਅਰਲਾਈਨਸ ਵਾਲੇ ਨੇ ਆਪਣੇ ਬੰਦੇ ਘਰ ਤੋਰ ਦਿੱਤੇ ਨੇ, ਹਾਂਜੀ ਵੀ ਤੁਸੀਂ ਲਵਾ ਕੇ ਆਓ, ਨਹੀਂ ਅਸੀਂ ਇੱਦਾਂ ਨਹੀਂ ਚੱਲਣ ਦੇਣਾ। ਸੋ ਸਖਤ ਹੋਈ ਸਰਕਾਰ, ਵਧੀਆ ਗੱਲ ਹੈ ਵੀ ਜੇ ਤੁਸੀਂ ਨਹੀਂ ਲਵਾਉਂਦੇ ਵੀ ਤੁਹਾਡੀ ਜ਼ਿੰਮੇਵਾਰੀ ਹੈ, ਤੁਸੀਂ ਸਮਾਜ ਦੇ ਵਿੱਚ ਵਿਚਰ ਵੀ ਨਹੀਂ ਸਕਦੇ ਹੈ ਨਾ। ਤੁਹਾਡੇ ਤੋਂ ਕਿਸੇ ਮਤਲਬ ਮੰਨ ਲਓ ਕਿ 2 ਅਗਲੇ ਨੇ ਡੋਜ਼ ਲਵਾਏ ਵੀ ਆ, ਫਿਰ ਵੀ ਉਹਦੀ ਇਮਿਊਨ ਸਿਸਟਮ ਸਟਰੋਂਗ ਨਹੀਂ, ਤੁਹਾਡੇ ਕੋਲ ਉਹ ਤੁਹਾਡੇ ਲਾਗੇ ਬਹਿੰਦਾ, ਜਾਂ ਤੁਸੀਂ ਮਾਸਕ ਨਹੀਂ ਪਹਿਨਦੇ, ਜਾਂ ਤੁਸੀਂ COVID-19 ਦੇ ਟੀਕੇ ਨਹੀਂ ਲਵਾਏ, ਤੁਹਾਨੂੰ ਉਸ ਲੱਛਣ ਹਨ ਤਾਂ ਉਹਨੂੰ ਮਿਲ ਜਾਣ, ਉਹਦੀ ਤਾਂ ਜਾਨ ਤੇ ਬਣੂਗੀ ਨਾ। ਫਿਰ ਉਹ ਉਸ ਕੇਸ ਦੇ ਵਿੱਚ ਕੀ ਹੋਊਗਾ ਕਿ 에ਅਰਲਾਈਨਸ ਦੇ ਉੱਤੇ ਜਿਹੜਾ ਹੈ ਜਾਂ ਵੱਡੀਆਂ ਸੰਸਥਾਵਾਂ ਜਿਹੜੀਆਂ ਨੇ ਜਿੱਥੇ ਵੀ ਉਹਨਾਂ ਨੂੰ ਇੱਥੇ ਇਹਨਾਂ ਕੰਟਰੀਆਂ ਦੇ ਵਿੱਚ ਸੂ ਕੀਤਾ ਜਾਂਦਾ। ਪਰ ਕੁਝ ਲੋਕ ਅਜੇ ਵੀ ਮੈਨਾ ਮਾਨੂ ਵਾਲੀ ਬਿਰਤੀ ਤੇ ਬੜੇ ਅੜੇ ਹੋਏ ਨੇ ਕਿ ਨਹੀਂ ਜੀ ਅਸੀਂ ਤਾਂ ਲਵਾਉਣਾ ਹੀ ਨਹੀਂ, ਅਸੀਂ ਠੀਕ ਹਾਂ। ਇਹ ਵੀ ਪਤਾ ਲੱਗਾ ਕਿ ਮਾਰਚ ਦੇ ਵਿੱਚ ਹੌਲੀ ਹੌਲੀ ਸ਼ਾਇਦ ਇਹ ਜੇ ਖੁੱਲ੍ਹ ਵੀ ਜਾਂਦਾ, ਜੇ ਓਪਨ ਕਰ ਦਿੰਦੇ ਮਾਰਚ ਦੇ ਵਿੱਚ ਜਾ ਕੇ ਇਹ ਸਾਰਾ ਕੁਝ, ਨੋ ਮਾਸਕ, ਨੋ ਗਲਵਜ਼, ਸੈਨੀਟਾਈਜ਼ਰ ਲਾਉਣਾ ਲਾਓ, ਜਾਂ ਸਾਰਾ ਖੁੱਲ੍ਹ ਜਾਂਦਾ ਤੇ ਪਰ ਜਿਨ੍ਹਾਂ ਨੇ ਨਹੀਂ ਲਵਾਇਆ ਉਹ ਤਾਂ ਖਤਰਾ ਬਣੇ ਰਹਿਣਗੇ ਨਾ ਦੂਜੇ ਜਨਤਾ ਵਾਸਤੇ। ਇੱਕ ਬੜਾ ਵੱਡਾ ਸਵਾਲ ਹੈ ਜੀ। ਸੋ ਸਰਕਾਰ ਆਪਣੇ ਤਰੀਕੇ ਨਾਲ ਲੱਗੀ ਹੋਈ ਹੈ, ਚੰਗੀ ਗੱਲ ਹੈ ਕਿ ਜੇ ਕਿਸੇ ਨੇ ਕਿਸੇ ਦੇਸ਼ ਦੇ ਵਿੱਚ ਜਾਣਾ ਉਸ ਦੇਸ਼ ਦੇ ਰੂਲ ਐਂਡ ਰੈਗੂਲੇਸ਼ਨ ਨੂੰ ਫੋਲੋ ਕੀਤਾ ਜਾਣਾ ਚਾਹੀਦਾ। ਪਾਕਿਸਤਾਨ ਜਾ ਰਿਹਾ ਸ਼ਰਧਾਲੂਆਂ ਦਾ ਜ਼ਿਆਦਾ ਤੇ ਕਰੋਨਾ ਨੈਗੇਟਿਵ ਰਿਪੋਰਟ ਜ਼ਰੂਰੀ ਹੋਣੀ ਚਾਹੀਦੀ, ਵੀ ਜ਼ਰੂਰੀ ਹੈ ਕਿਉਂਕਿ ਦੂਸਰੀ ਕੰਟਰੀ ਜਾ ਰਹੇ। ਗੁਰੂ ਨਾਨਕ ਮਹਾਰਾਜ ਦਾ ਗੁਰਪੁਰਬ ਆ ਰਿਹਾ, ਪ੍ਰਕਾਸ਼ ਦਿਹਾੜਾ ਜਿਹੜਾ ਹੈ 19 ਨਵੰਬਰ ਨੂੰ, ਕੀ ਕਹਿਣਾ ਚਾਹੋਗੇ? ਹਾਂਜੀ ਚਾਲਕ ਸਾਹਿਬ, ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਾਹੀਂ ਪਾਸਪੋਰਟ ਵਗੈਰਾ ਜਮ੍ਹਾਂ ਉੱਥੇ ਹੋਏ ਨੇ, ਉਹਨਾਂ ਦੀ ਸ਼੍ਰੋਮਣੀ ਕਮੇਟੀ ਕੈਂਪ ਵੀ ਲਾ ਰਹੀ ਆ ਕਰੋਨਾ ਟੈਸਟ ਕਰਨ ਦੇ। ਉਹ ਜਾਣਾ ਉਹਨਾਂ ਨੇ ਮੇਰੇ ਕੋਲ ਜਲਦੀ ਚੱਲ ਜਾਣਾ ਤੇ ਉਹ 17 ਤਰੀਕ ਨੂੰ ਉੱਥੇ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਹੋਣਗੇ, ਅਖੰਡ ਪਾਠ ਸਾਹਿਬ ਰਖਾਏ ਜਾਣਗੇ। 19 ਨੂੰ ਨਨਕਾਣਾ ਸਾਹਿਬ ਦੇ ਵਿੱਚ ਜਿਹੜਾ ਹੈਗਾ ਉਹ ਭੋਗ ਪੈਣਗੇ ਤੇ ਇੱਥੋਂ 300 ਦੇ ਕਰੀਬ ਸ਼ਰਧਾਲੂ ਜਾਣ ਦੀ ਸੰਭਾਵਨਾ ਹੈਗੀ ਹੈ, ਘੱਟ ਵੱਧ ਹੋ ਸਕਦੇ ਆ। ਤੇ ਉਹ ਉੱਥੇ ਰਸਤੇ ਦੇ ਵਿੱਚ ਚੈਕਿੰਗ ਹੋਏਗੀ। 24 ਘੰਟਿਆਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਚਾਹੀਦੀ ਹੈ ਆਪਾਂ ਨੂੰ ਜੇ ਪਾਕਿਸਤਾਨ ਦਾਖਲ ਹੋਣਾ। 24 ਘੰਟਿਆਂ ਦੇ ਵਿੱਚ ਤੁਸੀਂ ਨੈਗੇਟਿਵ ਨਹੀਂ ਹੈਗੇ, ਤੁਹਾਨੂੰ ਥੋੜੀ ਰਿਪੋਰਟ ਨਹੀਂ ਹੈਗੀ, ਤਾਂ ਤੁਸੀਂ ਪਾਕਿਸਤਾਨ ਦਾਖਲ ਨਹੀਂ ਹੋ ਸਕਦੇ। ਇਹ ਪੱਕਾ ਕਰ ਦਿੱਤਾ ਗਿਆ। ਖੈਰ ਇਹ ਆਪਣੇ ਆਪਣੇ ਮੁਲਕ ਦੀ ਹੁੰਦੀ ਆ। ਨਾਲ ਹੀ ਉਹਨਾਂ ਨੇ ਕਿਹਾ ਕਿ ਜਿਹੜੇ ਤੁਸੀਂ ਕੋਵੈਕਸੀਨ ਲਵਾਏ, 2 ਟੀਕੇ ਲਵਾਏ ਸੀ, ਉਹ ਵੀ ਸਰਟੀਫਿਕੇਟ ਨਾਲ ਚਾਹੀਦੇ ਆ। ਜੇ ਨਾ ਹੋਏ ਉਹ ਵੀ ਫਿਰ ਇੱਕ ਪ੍ਰੋਬਲਮ ਆ ਜਾਣੀ ਹੋ ਜਾਣੀ ਹੈ। ਸੋ ਪਾਕਿਸਤਾਨ ਸਰਕਾਰ ਨੇ ਪੱਕਾ ਕੀਤਾ ਹੈ ਵੀ ਇਹ ਏਦਾਂ ਲਾਜ਼ਮੀ ਹੈਗਾ। ਸੋ ਏਦਾਂ ਕਰਨਾ ਵੀ ਚਾਹੀਦਾ। ਚਾਵਲਾ ਸਾਹਿਬ, ਗੁਰੂ ਪਾਤਸ਼ਾਹ ਦਾ ਆਪਾਂ ਪ੍ਰਕਾਸ਼ ਜਿਹੜਾ ਮਨਾਉਣ ਜਾ ਰਹੇ ਹਾਂ ਤੇ ਉਹਦੇ ਵਿੱਚ ਕੋਈ ਪ੍ਰੋਬਲਮ ਨਾ ਖੜੀ ਹੋਵੇ, ਇਸ ਕਰਕੇ ਜਿਵੇਂ ਉਹ ਸਰਕਾਰ ਚਾਹੁੰਦੀ ਹੈ ਉਦਾਂ ਹੀ ਆਪਾਂ ਨੂੰ ਕਰਨਾ ਪੈਣਾ। ਵੌਇਸ ਆਫ ਸਿਟੀ 1320 AM ਤੁਸੀਂ ਸੁਣਦੇ ਦੇਖਦੇ ਜਾ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਗੁਰੂ ਨਾਨਕ ਮਹਾਰਾਜ ਦਾ ਗੁਰਪੁਰਬ ਹੈ ਤੇ ਗੁਰੂ ਨਾਨਕ ਮਹਾਰਾਜ ਦੇ ਹੀ ਜੇ ਅਸੀਂ ਬਾਣੀ ਨੂੰ ਮੰਨਦੇ ਹਾਂ ਤਾਂ 15 ਭਗਤਾਂ ਦੀ ਬਾਣੀ ਗੁਰੂ ਨਾਨਕ ਮਹਾਰਾਜ ਦੀ ਬਾਣੀ ਦੇ ਨਾਲ ਸੁਭਾਏਮਾਨ ਹੈ। ਉਹਨਾਂ ਦੇ ਵਿੱਚ ਵੱਖ-ਵੱਖ ਭਗਤ ਜਿਹੜੇ ਨੇ ਉਹ ਜਿਨ੍ਹਾਂ ਦੀ ਬਾਣੀ ਪ੍ਰਵਾਨ ਕੀਤੀ ਗਈ ਹੈ, ਉਹਨਾਂ ਦੇ ਵਿੱਚ ਬਾਬਾ ਸੈਨ ਭਗਤ ਜੀ ਦਾ ਵੀ ਅੱਜ ਭਾਈ ਦੂਜ ਹੈ, ਉਹਨਾਂ ਦਾ ਵੀ ਆਗਮਨ ਪੁਰਬ ਬੜੀ ਸ਼ਰਧਾ ਭਾਵਨਾ ਦੇ ਨਾਲ ਜਨਮ ਦਿਹਾੜਾ ਜਿਹੜਾ ਹੈ ਉਹ ਅੱਜ ਮਨਾਇਆ ਜਾ ਰਿਹਾ ਹੈ। ਜਿੱਥੇ ਜਿੱਥੇ ਉਹਨਾਂ ਦੇ ਗੁਰਦੁਆਰਾ ਸਾਹਿਬਾਨ ਨੇ, ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਅਖੰਡ ਪਾਠ ਸਾਹਿਬ ਉਹਨਾਂ ਦੇ ਭੋਗ ਪਏ ਨੇ। ਭਾਈ ਰਣਜੀਤ ਸਿੰਘ ਜਿਹੜੇ ਹਨ ਉਹ ਦੁਲੇ ਜੋ ਡਿਕਸੀ ਰੋਡ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਦੇ ਵਿੱਚ ਤਰਤਰ ਦੇ ਵਿੱਚ ਨੇ, ਉਹਨਾਂ ਨੇ ਕੁਝ 2 ਮਿੰਟ ਲਈ ਇਸ ਬਾਰੇ ਗੱਲਬਾਤ ਵੀ ਕਰਨੀ ਹੈ। ਆਪਾਂ ਉਹਨਾਂ ਨਾਲ ਅੱਗੇ ਚੱਲ ਕੇ ਗੱਲਬਾਤ ਵੀ ਕਰਾਂਗੇ। ਰੰਗਲਾ ਪੰਜਾਬ ਤੁਸੀਂ ਇਸ ਵਕਤ ਸੁਣਦੇ ਜਾ ਰਹੇ ਹੋ। ਸੋ ਪਾਕਿਸਤਾਨ ਵਾਲੇ ਜਿਹੜੇ ਸ਼ਰਧਾਲੂਆਂ ਦੀ ਕਰੋਨਾ ਨੈਗੇਟਿਵ ਰਿਪੋਰਟ ਜ਼ਰੂਰੀ ਤੇ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ 19 ਨਵੰਬਰ ਨੂੰ। ਹਾਂ, ਗੱਲ ਚੱਲੀ ਹੁਣ ਮੈਨੂੰ ਮਾਸਕ ਦੀ ਚੱਲੀ ਸੀਗੀ ਤੇ ਸਾਡਾ ਵੀ ਫਰਜ਼ ਬਣਦਾ, ਕੁਝ ਅਖਲਾਕੀ ਸਾਡਾ ਫਰਜ਼ ਹੈ। ਮੈਂ ਇੱਕ ਬੇਨਤੀ ਕਰਨਾ ਚਾਹੁੰਦਾ, ਅਸੀਂ ਮੰਦਿਰ ਜਾਂਦੇ ਹਾਂ, ਮੈਂ ਮੰਦਿਰ ਤੋਂ ਸ਼ੁਰੂ ਕਰਨ ਲੱਗਾ ਇਸ ਕਰਕੇ ਧਾਰਮਿਕ ਸਥਾਨਾਂ ਤੇ ਜਾ ਕੇ ਵਿਖਾਓ ਹਾਂ ਚਰਚ ਦੇ ਵਿੱਚ ਬਿਨਾਂ ਮਾਸਕ ਤੋਂ, ਤੁਸੀਂ ਵੜ ਕੇ ਵਿਖਾਓ ਹਾਂ ਕਿਸੇ ਸਟੋਰ ਦੇ ਵਿੱਚ ਬਿਨਾਂ ਮਾਸਕ ਤੋਂ, ਤੁਸੀਂ ਵੜ ਕੇ ਵਿਖਾਓ ਹਾਂ ਕਿਸੇ ਪਲਾਜ਼ੇ ਦੇ ਵਿੱਚ ਬਿਨਾਂ ਮਾਸਕ ਤੋਂ, ਤੁਸੀਂ ਵੜ ਕੇ ਵਿਖਾਓ ਹਾਂ ਕਿਸੇ ਰੈਸਟੋਰੈਂਟ ਦੇ ਵਿੱਚ ਐਂਟਰੀ ਵੇਲੇ ਮਾਸਕ ਤੋਂ ਬਗੈਰ, ਤੁਸੀਂ ਅਗਲੇ ਬਾਹਰ ਮੋੜ ਦਿੰਦੇ ਆ। ਆਰਗੂਮੈਂਟ ਕਰੀ ਚਲੋ, ਅਗਲੇ ਤੁਹਾਡਾ ਵੇਖਦੇ ਆ ਵੀ ਡੋਜ਼ ਸਰਟੀਫਿਕੇਟ ਬਰਾਬਰ ਦੋਵੇਂ ਹੈਗੇ ਆ। ਕਰਦੇ ਗਏ ਸੀ ਗੁਰਦੁਆਰਾ ਸਾਹਿਬ ਮੱਥਾ ਟੇਕਣ, ਆ ਕੇ ਕਹਿੰਦੇ ਕੁਝ ਲੋਕਾਂ ਨੇ ਮਾਸਕ ਲਾਏ ਨਹੀਂ। ਇਸ ਵੀ ਕੁਝ ਵੀਰਾਂ ਦੇ ਫੋਨ ਹੈ ਕਿ ਮੰਦਿਰ ਦੇ ਵਿੱਚ ਕੁਝ ਲੋਕ ਗਏ ਨੇ ਮਾਸਕ ਲਾਏ ਨਹੀਂ। ਹਾਂ, ਸਾਨੂੰ ਪ੍ਰਧਾਨ ਜੀ ਕਹਿ ਕੇ ਤੇ ਵੇਖੇ, ਕੋਈ ਸੇਵਾਦਾਰ ਕਹਿ ਕੇ ਵੇਖੇ, ਅਸੀਂ ਗੱਲ ਪਈਏ ਉਹਦੇ। ਇਹ ਉਹ ਲੋਕ ਨੇ ਜਿਹੜੇ ਪੁਆੜਾ ਖੜਾ ਕਰਨ ਵਾਲੇ ਹੁੰਦੇ ਨੇ ਕਿ ਇਹ ਸਾਨੂੰ ਕਹਿ ਕੇ ਵੇਖਣ। ਅਸੀਂ ਕਹਿੰਦੇ ਤੁਸੀਂ ਚੌਧਰੀ ਬਣੇ ਆ ਗੁਰੂ ਘਰਾਂ ਦੇ, ਤੁਸੀਂ ਮਾਲਕ ਬਣੇ, ਤੁਸੀਂ ਹੁੰਦੇ ਕੌਣ ਸਾਨੂੰ ਇਹ ਕਹਿਣ ਵਾਲੇ? ਭਾਈ
ਉਹ ਵੀ ਪਬਲਿਕ ਪਲੇਸ ਆ, ਉਹ ਵੀ ਇੱਕ ਜਗ੍ਹਾ ਦੇ ਅੰਦਰ ਤੁਸੀਂ ਚੱਲੇ ਹੋ, ਉਹਨਾਂ ਦੀਆਂ ਮਜਬੂਰੀਆਂ ਵੀ ਸਮਝੋ। ਸਾਰੇ ਗੁਰਦੁਆਰਾ ਸਾਹਿਬਾਨ ਜਿਹੜੇ ਨੇ, ਸਾਰੇ ਮੰਦਿਰ ਜਿਹੜੇ ਨੇ, ਜੇ ਉਹਨਾਂ ਦਾ ਕਿਸੇ ਨੇ ਪੁਜਾਰੀ ਨੇ ਆ ਕੇ ਕਹਿਤਾ, ਸੇਵਾਦਾਰ ਨੇ, ਭਾਜੀ ਮਾਸਕ ਪਾ ਲਓ, ਤੂੰ ਚੌਧਰੀ ਬਣਿਆ ਫਿਰਦਾ, ਵੇਖੋ ਜੀ ਆ ਜੇ, ਇਹਨਾਂ ਨੂੰ ਬੋਲਣ ਦੀ ਅਕਲ ਨਹੀਂ। ਅਗਲੇ ਨੇ ਭਾਵੇਂ ਹੱਥ ਜੋੜ ਕੇ ਕਿਹਾ ਹੋਵੇ, ਅੱਖੀ ਵੇਖਿਆ ਸੀ ਇਹ। ਤੇ ਜਦੋਂ ਉਹੀ ਅਸੀਂ ਕਿਸੇ ਪਲਾਜੇ ਦੇ ਵਿੱਚ ਵੜਦੇ ਹਾਂ, ਉਦੋਂ ਅਸੀਂ ਬੜੇ ਸਿੱਧੇ ਹੋ ਕੇ ਮਾਸਕ ਲਾਏ ਹੁੰਦੇ ਨੇ, ਕੋਈ ਸਾਨੂੰ ਕੋਈ ਨਾ ਕਹਿ ਦੇ ਗੋਰਾ ਕਾਲਾ। ਉਦੋਂ ਸਾਨੂੰ ਪਤਾ ਨਾ ਵੀ ਸਾਡੀ ABC ਇੱਥੇ ਖਤਮ ਹੋ ਜਾਣੀ ਆ, ਅਗਲੇ ਨੇ ਬਾਹਰ ਕੱਢ ਦੇਣਾ ਸਿਕਿਉਰਿਟੀ ਦੇ ਨਾਲ, ਫਿਰ ਇਨਸਲਟ ਹੋਣੀ ਬੱਚਿਆਂ ਸਾਹਮਣੇ। ਉਹੀ ਬੱਚਿਆਂ ਨਾਲ ਅਸੀਂ ਗੁਰਦੁਆਰਾ ਸਾਹਿਬ ਜਾਂਦੇ ਹਾਂ, ਮੰਦਿਰ ਜਾਂਦੇ ਹਾਂ, ਉੱਥੇ ਜਾ ਕੇ ਅਸੀਂ ਪ੍ਰੋਪਰ ਮਾਸਕ ਨਹੀਂ ਪਾਇਆ ਹੁੰਦਾ, ਤੇ ਜੇ ਕਿਸੇ ਪ੍ਰਧਾਨ ਨੇ ਜਾਂ ਸੇਵਾਦਾਰ ਨੇ ਕਹਿ ਦਿੱਤਾ ਤੇ ਫਿਰ ਅਸੀਂ ਉਹਦੇ ਗਲ ਪੈਣ ਤੱਕ ਜਾਂਦੇ, ਫਿਰ ਕਹਿੰਦੇ ਵੇਖੋ ਜੀ ਇਹ ਗੁੰਡਾਗਰਦੀ ਕਰਦੇ ਨੇ, ਜਦੋਂ ਕਿ ਗਲਤ ਅਸੀਂ ਖੁਦ ਆਪ ਹੁੰਨੇ। ਇਹ ਮਾੜਾ ਜਿਹਾ ਮੈਸੇਜ ਮੈਨੂੰ ਅੱਜ ਦੁਪਹਿਰੇ ਕਿਸੇ ਸੱਜਣ ਦਾ ਹੀ ਫੋਨ ਆਇਆ ਸੀ ਵੀ ਥੋੜਾ ਜਿਹਾ ਕਰੋ ਗੱਲ। ਮੈਂ ਕਿਹਾ ਜੀ ਠੀਕ ਹੈ, ਮੈਂ ਕਰ ਦੂੰਗਾ, ਜਦੋਂ ਫਿਰ ਮੈਂ ਕਰਨੀ ਮੈਂ ਆਪਣੇ ਤਰੀਕੇ ਨਾਲ ਕਰਨੀ। ਬਹੁਤਿਆਂ ਨੂੰ ਮਿਰਚਾਂ ਲੱਗਣੀਆਂ, ਜਿਹੜੇ ਜਾ ਕੇ ਪੰਗਾ ਲੈਣ ਵਾਲੇ ਹੁੰਦੇ ਨੇ ਉਹਨਾਂ ਨੂੰ ਤੇ ਉੱਦਾਂ ਹੀ ਚੁੱਭਦਾ ਪ੍ਰੋਗਰਾਮ। ਵੌਇਸ ਆਫ ਸਿਟੀ 1320 AM ਤੇ ਸਾਰੇ ਮੰਦਿਰ ਮਸਜਿਦ ਗੁਰਦੁਆਰਾ ਸਾਹਿਬ ਜਾਂਦੇ ਆ। ਸਾਡਾ ਅਖਲਾਕੀ ਫਰਜ਼ ਬਣਦਾ ਕਿ ਅਸੀਂ ਭਾਵੇਂ ਠੀਕ ਠਾਕ ਹੋਈਏ, ਉੱਥੇ ਨਿਯਮ ਜਿੰਨਾ ਚਿਰ ਸਰਕਾਰ ਨੇ ਸਾਨੂੰ ਨਹੀਂ ਕਿਹਾ ਲਾਉਣ ਵਾਸਤੇ ਆਪਾਂ ਫੋਲੋ ਕਰੀਏ। ਜੋਗੀ ਨੇ ਇੱਕ ਵਾਰੀ ਫਿਰ ਤੋਂ ਹੁਣ ਨਵਾਂ ਹੀ ਸਿਲਸਿਲਾ ਸ਼ੁਰੂ ਹੋਇਆ ਜੀ, ਕਹਿੰਦੇ ਕਿ ਬਾਬਰੀ ਮਸਜਿਦ ਦੁਹਰਾਉਣ ਦਾ ਕੀਤਾ ਐਲਾਨ। ਇਹ ਕਿੱਥੋਂ ਦਾ ਮਾਮਲਾ, ਕੀ ਕਹਿਣਾ ਚਾਹੋਗੇ? ਚਲੋ ਸਾਹਿਬ, ਇਹ ਯੂਪੀ ਦੇ ਵਿੱਚ ਸਾਧੂ ਸੰਤ ਸੀਗੇ, ਕੁਝ ਉਹਨਾਂ ਦੀ ਸਮੇਲਨ ਸੀਗਾ, ਇਕੱਠੇ ਬੈਠੇ ਸੀ ਸਾਰੇ, ਕੁਝ ਭਗਤ ਵੀ ਸੀਗੇ ਨਾਲ। ਕਮਾਵਾ ਇੱਕ ਹਾਲ ਦੇ ਵਿੱਚ ਇਕੱਠ ਸੀਗਾ, ਉਹਦੇ ਵਿੱਚ ਉਹਨੇ ਬੋਲਦਿਆਂ ਕੀਤਾ, ਕਹਿੰਦੇ ਹੁਣ ਅਗਲੀ ਬਾਬਰੀ ਮਸਜਿਦ ਹੋਣੀ ਆ, ਤੇ ਇਹ ਬਾਬਰੀ ਮਸਜਿਦ ਜਦੋਂ ਢਾਈ ਜਾਏਗੀ, ਜਿਹੜੇ ਢਾਉਣ ਵਾਲੇ ਹੋਣਗੇ ਸਾਡੇ ਜਿਹੜੇ ਹਿੰਦੂ ਹੋਣਗੇ ਉਹ, ਤੇ ਉਹਨਾਂ ਦੇ ਉੱਪਰ ਹੁਣ ਗੋਲੀਆਂ ਚੱਲਣਗੀਆਂ, ਉਹਨਾਂ ਦੇ ਉੱਪਰ ਫੁੱਲ ਵਰਤਾਏ ਜਾਣਗੇ, ਉਹਨਾਂ ਤੇ ਨਾ ਯੂਆਪਾ ਐਕਟ ਲੱਗੇਗਾ, ਨਾ ਕੋਈ ਕੇਸ ਦਰਜ ਹੋਏਗਾ। ਹੁਣ ਮੌਕਾ ਆ ਗਿਆ, ਜਿਹੜੇ ਕ੍ਰਿਸ਼ਨ ਭਗਤ ਹੈਗੇ ਆ, ਨਾਲ ਕ੍ਰਿਸ਼ਨ ਭਗਤ ਕਿਹਾ ਉਹਨੇ, ਜਿਹੜੇ ਕ੍ਰਿਸ਼ਨ ਭਗਤ ਹੈਗੇ ਆ ਤੇ ਨਾਲ ਰਾਮ ਭਗਤ ਹੈਗੇ ਆ, ਹੁਣ ਇਸ ਵੇਲੇ ਜਿਹੜਾ ਇਕੱਠੇ ਹੋ ਜਾਣ ਤੇ ਆਪਾਂ ਬਹੁਤ ਜਲਦੀ ਅਗਲੀ ਬਾਬਰੀ ਮਸਜਿਦ ਕਰਨ ਜਾ ਰਹੇ ਹਾਂ। ਇੰਨਾ ਜਿਹੜਾ ਕਿ ਗੈਰ ਜ਼ਿੰਮੇਵਾਰਾਨਾ ਬਿਆਨ ਇੱਕ ਮੁੱਖ ਮੰਤਰੀ ਵੱਲੋਂ ਦਿੱਤਾ ਜਾ ਰਿਹਾ ਚਾਵਲਾ ਸਾਹਿਬ, ਇਹ ਬਹੁਤ ਦੁੱਖ ਦੀ ਗੱਲ ਹੈਗੀ ਆ। ਮਤਲਬ ਕਿ ਤੁਸੀਂ ਅਗਲੀ ਜਿਹੜਾ ਕਹਿੰਦੇ ਆ ਵੀ ਇਹ ਤਾਂ ਅਯੁੱਧਿਆ ਤਾਂ ਇੱਕ ਝਾਕੀ ਹੈ, ਮਥੁਰਾ ਕੰਸੀ ਬਾਕੀ ਹੈ, ਇਹ ਜਿਹੜਾ ਤੁਸੀਂ ਕਰ ਰਹੇ ਹੋ, ਐਲਾਨ ਕਰ ਰਹੇ ਹੋ, ਉਹਦਾ ਮਤਲਬ ਤੁਸੀਂ ਅੱਗੇ ਹੋਰ ਮਸਜਿਦ ਢਾਉਣ ਲੱਗੇ ਹੋ, ਅੱਗੇ ਹੋਰ ਜਾਣ ਕਰ ਰਹੇ ਹੋ। ਇਸ ਦੀ ਆਲੋਚਨਾ ਕਾਫੀ ਹੋ ਰਹੀ ਹੈ ਬਿਆਨ ਦੀ। ਚਾਵਲਾ ਸਾਹਿਬ ਯੂਪੀ ਦੇ ਵਿੱਚ ਬਿਆਨ ਦਿੱਤਾ ਯੋਗੀ ਨੇ ਕਿ ਤੁਸੀਂ ਮਰਾਉਣਾ ਚਾਹੁੰਦੇ ਹੋ ਪੂਰੇ ਯੂਪੀ ਨੂੰ, ਤੁਸੀਂ ਭਾਰਤ ਵਿੱਚ ਅੱਗ ਲਾਉਣਾ ਚਾਹੁੰਦੇ ਹੋ ਇਹੋ ਜਿਹੇ ਬਿਆਨ ਦੇ ਕੇ। ਅਰੇ ਬੜੇ ਖੁਸ਼ੀ ਹੋ ਕੇ ਕਹਿ ਰਹੇ ਨੇ ਉਹ ਕਿ ਪ੍ਰਵਾਹ ਨਾ ਕਰੋ ਤੁਸੀਂ, ਹੁਣ ਆਪਾਂ ਜਿਹੜਾ ਕੰਮ ਕਰਨਾ ਅੱਗੇ ਏਦਾਂ ਕਰ ਦੇਣਾ। ਫਿਰ ਟਵਿੱਟਰ ਤੇ ਇਹ ਵੀ ਗੱਲ ਉੱਠ ਰਹੀ ਆ ਇਸ ਬਿਆਨ ਦੀ, ਉਹ ਕਹਿੰਦੇ ਠੀਕ ਆ, ਇਹ ਕਰ ਸਕਦੇ ਆ, ਕੋਈ ਤਰੀਕਾ ਲੱਭਣਾ ਪੈਣਾ ਲੋਕਾਂ ਨੂੰ, ਇਹ ਕਰ ਸਕਦੇ ਕਿਉਂਕਿ ਸੁਪਰੀਮ ਕੋਰਟ ਵੀ ਇਹਨਾਂ ਦੀ ਆ, ਸੁਪਰੀਮ ਕੋਰਟ ਦੇ ਵਿੱਚ ਵੀ ਇਹਨਾਂ ਦਾ ਪੱਖ ਹੋਣ ਲੱਗ ਪਿਆ, ਇਹ ਕਰ ਸਕਦੇ ਆ ਕਹਿੰਦਾ। ਤੇ ਕਿਉਂ ਨਾ ਲੋਕ ਇਕੱਠੇ ਹੋਣ ਇਸ ਮੁੱਦੇ ਉੱਤੇ, ਇਹੋ ਜਿਹੇ ਬਿਆਨਾਂ ਦੇ ਵਿਰੋਧਤਾ ਕਰਨ। ਬੜਾ ਖਤਰਨਾਕ ਬਿਆਨ ਹੈ ਚਾਵਲਾ ਸਾਹਿਬ, ਜੇਕਰ ਆਪਾਂ ਨੂੰ ਸਮੁੱਚੇ ਤੌਰ ਤੇ ਮੰਨੀਏ। ਇੱਕ ਧਰਮ ਦੇ ਤੁਸੀਂ ਜਿਹੜਾ ਧਾਰਮਿਕ ਸਥਾਨ ਹੈ ਖਤਮ ਕਰਨ ਜਾ ਰਹੇ ਉਹਨਾਂ ਦਾ, ਇਹ ਗੱਲ ਕਹਿ ਕੇ ਲੋਕਾਂ ਵਿੱਚ ਪਤਾ ਰਹੇ ਹੋ। ਜਿੱਥੇ ਫਿਰ ਸਾਡਾ ਸਿੱਖ ਭਾਈਚਾਰਾ ਜਾਂ ਹਿੰਦੂ ਭਾਈਚਾਰਾ ਘੱਟ ਹੈ, ਜਿੱਥੋਂ ਫਿਰ ਉੱਥੇ ਉਹਨਾਂ ਦਾ ਕੱਟੜਵਾਦ ਜਿਹੜਾ ਬਾਹਰ ਆਉਂਦਾ, ਤੇ ਫਿਰ ਅਸੀਂ ਭੱਜਦੇ ਹਾਂ, ਫਿਰ ਅਸੀਂ ਰੋਂਦੇ ਹਾਂ, ਫਿਰ ਕਹਿੰਦੇ ਅਸੀਂ ਸਾਨੂੰ ਸਾਡੇ ਨਾਲ ਮਾੜੀ ਘੱਟ ਗਿਣਤੀਆਂ ਦੇ ਨਾਲ ਉੱਥੇ ਧੱਕਾ ਹੋ ਰਿਹਾ, ਫਿਰ ਅਸੀਂ ਕਹਿੰਦੇ ਘੱਟ ਗਿਣਤੀਆਂ ਤੱਕ। ਉਹਨਾਂ ਨੇ ਕਿਹਾ ਸੀ ਅਫਗਾਨਿਸਤਾਨ ਦਾ, ਤੁਸੀਂ ਸੁਣਿਆ ਉਹਨਾਂ ਦੇ ਮੁਖੀ ਦਾ ਇੱਕ ਦਾ ਬਿਆਨ ਸੀ ਵੀ ਸਾਨੂੰ ਜੇ ਤੁਸੀਂ ਉੱਥੇ ਸਾਡੇ ਦੇਸ਼ਾਂ ਵਿਦੇਸ਼ਾਂ ਦੇ ਸਾਡੇ ਜਿੱਥੇ ਘੱਟ ਗਿਣਤੀ ਦੇ ਵਿੱਚ ਮੁਸਲਮਾਨ ਜੇ ਉਹਨਾਂ ਨੂੰ ਤੰਗ ਕਰੋਗੇ ਤਾਂ ਸਾਡੀ ਨਿਗਾਹ ਉੱਥੇ ਵੀ ਆ, ਉਹਨਾਂ ਦਾ ਵੀ ਤਾਂ ਖੂਨ ਖੋਲਦਾ ਨਾ ਫਿਰ। ਤੇ ਜਦੋਂ ਪਾਕਿਸਤਾਨ ਦੇ ਵਿੱਚ ਕੋਈ ਉੱਥੇ ਇਹੋ ਜਿਹੀ ਖਬਰ ਆਉਂਦੀ ਆ, ਕੋਈ ਮਤਲਬ ਹਿੰਦੂ ਮੰਦਿਰ ਦੇ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦਾ, ਉਦੋਂ ਅਸੀਂ ਲਾਲਾ ਫੇ ਕਿਉਂ ਕਰਦੇ ਹਾਂ? ਜੇ ਹੁਣ ਉੱਥੇ ਉਹਨਾਂ ਦਾ ਧਾਰਮਿਕ ਜਿਹੜੀਆਂ ਨੇ ਉਹ ਮਸਜਿਦਾਂ ਬਣੀਆਂ ਹੋਈਆਂ ਸਮੇਂ ਤੋਂ ਪਹਿਲਾਂ ਦੀਆਂ, ਕਿੰਨੇ ਸਮੇਂ ਤੋਂ ਬਣੀਆਂ ਨੇ, ਜਾਂ ਕੌਣ ਬਣਾ ਕੇ ਗਿਆ, ਕੀ ਇਤਿਹਾਸ ਆ, ਹੈ ਨਾ। ਹੁਣ ਜਦੋਂ ਆਪਾਂ ਰਾਮ ਜਨਮ ਭੂਮੀ ਦੀ ਗੱਲ ਕਰਦੇ ਹਾਂ, ਰਾਮ ਜਨਮ ਭੂਮੀ ਦੇ ਵਿੱਚ ਤੇ ਖੁਦ ਹੀ ਉੱਥੋਂ ਦਾ ਜਿਹੜਾ ਆਪਣਾ ਭਾਈਚਾਰਾ ਇਹਨਾਂ ਦਾ ਵੰਡਿਆ ਹੋਇਆ, ਅਜੇ ਤੱਕ ਸਟਿਲ ਕੋਈ ਉੱਥੇ ਇੱਕ ਰਾਏ ਨਹੀਂ ਗੀ, ਹੈ ਨਾ। ਚਲੋ ਫਿਰ ਵੀ ਇਹਨੂੰ ਕਹਿੰਦੇ ਜੋਰਾਵਰਾਂ ਦਾ ਸਤੀ ਵੀ 100, ਕਿ ਜੇ ਜੋਗੀ ਸਾਹਿਬ ਨੇ ਕਹਿ ਦਿੱਤਾ ਕਿ ਹੁਣ ਤਿਆਰੀ ਕਰ ਲਓ ਵੀ ਤੁਹਾਡੇ ਤੇ ਕੋਈ ਗੋਲੀ ਨਹੀਂ ਚੱਲੂਗੀ, ਫੁੱਲ ਬਰਸਣਗੇ, ਬਈ ਹਾਂ ਇਹਨੂੰ ਕਹਿੰਦੇ ਆ ਨਾ
ਜ਼ੋਰਾਵਰਾਂ ਦਾ ਸੱਤੀ ਵੀ 100। ਖੈਰ ਨਹੀਂ ਵੇ ਕਿਸ ਬੇਸ ਤੇ ਕਿਹਾ ਉਹਨਾਂ ਨੇ, ਹੁਣ ਇਹ ਤੇ ਕੋਈ ਐਕਸ਼ਨ ਜਿਹੜੀ ਸੈਂਟਰ ਸਰਕਾਰ ਲੈਂਦੀ ਹੈ ਜਾਂ ਉੱਥੋਂ ਦੀ ਜਿਹੜੀ ਕੋਰਟ ਅੱਗੇ ਆਉਂਦੀ ਹੈ ਜਾਂ ਨਹੀਂ ਆਉਂਦੀ, ਇਸ ਸਮੇਂ ਦੀ ਬੁੱਕਲ ਦੇ ਵਿੱਚ ਹੈ। ਪਰ ਟਿਫਨ ਬੰਬ ਮਿਲਣ ਦੀ ਖਬਰ ਹੈ ਕਿ ਕਹਿੰਦੇ ਫਿਰੋਜ਼ਪੁਰ ਚੋਂ ਟਿਫਨ ਬੰਬ ਮਿਲਿਆ, ਅਮਰਿੰਦਰ ਨੇ ਰੰਧਾਵਾ ਨੂੰ ਖਿੱਚ ਲਿਆ ਵੀ ਆ ਜਾ ਬਈ। ਚਾਵਲਾ ਸਾਹਿਬ ਉੱਥੇ ਫਿਰੋਜ਼ਪੁਰ ਦੇ ਵਿੱਚ ਟਿਫਨ ਬੰਬ ਮਿਲਣ ਦੀ ਖਬਰ ਆਈ ਹੈ। ਉਸ ਤਹਿਤ ਕੈਪਟਨ ਅਮਰਿੰਦਰ ਸਿੰਘ ਨੇ ਸੁੱਖੀ ਰੰਧਾਵਾ ਦੇ ਗ੍ਰਹਿ ਮੰਤਰੀ ਆ, ਉਹ ਕਿਹਾ ਕਿ ਦੇਖੋ ਤੁਸੀਂ ਪਹਿਲਾਂ ਸਾਡੀ ਚਰਚਾ ਕਰਦੇ ਸੀਗੇ ਕਿ ਇਹ ਗਲਤ ਕਰ ਰਹੇ ਨੇ ਵੀ ਪਾਕਿਸਤਾਨ ਵੱਲੋਂ ਕੁਝ ਨਹੀਂ ਆ ਰਿਹਾ, ਆਹ ਦੇਖੋ ਤੁਹਾਨੂੰ ਪਾਕਿਸਤਾਨ ਵਾਲਿਓ ਆਇਆ ਇਹ ਟਿਫਨ ਬੰਬ, ਤੇ ਤੁਸੀਂ ਹੁਣ ਦੋ ਜਵਾਬ ਕੀ ਕਹਿਣਾ ਚਾਹੁੰਦੇ ਹੋ? ਤੇ ਇਸ ਸੰਬੰਧ ਦੇ ਵਿੱਚ ਚਾਵਲਾ ਸਾਹਿਬ ਸੁੱਖੀ ਰੰਧਾਵਾ ਨੇ ਤੇ ਰਾਜਾ ਵੜਿੰਗ ਨੇ ਵੀ ਫਿਰ ਖਿੱਚੇ ਹੈਗੇ ਨੇ ਕੈਪਟਨ ਅਮਰਿੰਦਰ ਸਿੰਘ। ਉਹਨਾਂ ਨੇ ਕਿਹਾ ਕਿ ਤੁਸੀਂ ਮੁਕਤੀ ਲੈ ਲਓ, ਰਿਟਾਇਰ ਹੋ ਜਾਓ ਅਮਰਿੰਦਰ, ਤੁਹਾਨੂੰ ਹੁਣ ਪਤਾ ਨਹੀਂ ਹੈ ਤੁਸੀਂ ਕੀ ਕਰਨ ਜਾ ਰਹੇ ਹੋ, ਤੁਹਾਨੂੰ ਇਸ ਗੱਲ ਦਾ ਇਹ ਰਾਜਾ ਵੜਿੰਗ ਕਹਿੰਦੇ ਆ, ਬੜੀ ਚੁਸਕੀ ਲੈਂਦੇ ਆ ਕਿ ਤੁਹਾਨੂੰ ਸੇਵਾ ਮੁਕਤੀ ਲੈ ਲੈਣੀ ਚਾਹੀਦੀ ਆ ਹੁਣ ਸਿਆਸਤ ਤੋਂ, ਤੇ ਤੁਹਾਨੂੰ ਇਸ ਗੱਲ ਦਾ ਨਹੀਂ ਪਤਾ ਕਿ ਕਿੱਥੋਂ ਤੁਸੀਂ ਹਰ ਵੇਲੇ ਪਾਕਿਸਤਾਨ ਕਰਦੇ ਰਹਿੰਦੇ ਹੋ। ਤਾਂ ਸੁੱਖੀ ਰੰਧਾਵਾ ਵੀ ਇਹ ਗੱਲ ਕਹਿੰਦੇ ਆ, ਕਹਿੰਦੇ ਤੁਸੀਂ ਜਿਹੜਾ ਕੈਪਟਨ ਸਾਹਿਬ ਆਪਣੇ ਕੰਮ ਤੱਕ ਕੰਮ ਰੱਖੋ, ਉਹਦੀ ਪਾਰਟੀ ਨੂੰ ਸੁਧਾਰੋ ਤੁਸੀਂ, ਤੇ ਸਾਡੀ ਜਿਹੜੀ ਸਰਕਾਰ ਹੈਗੀ ਆ, ਅਸੀਂ ਕਿੱਦਾਂ ਪਾਕਿਸਤਾਨ ਵੱਲੋਂ ਕਿੱਦਾਂ ਠੀਕ ਕਰਨਾ ਅਸੀਂ ਉਹ ਜਾਣਦੇ ਹਾਂ। ਤਾਂ 3-4 ਲੀਡਰ ਇਕੱਠੇ ਹੋਏ ਨੇ ਚਾਵਲਾ ਸਾਹਿਬ, ਆਪਸ ਇੱਕ ਦੂਜੇ ਵਿੱਚ ਗੁੱਥਮ ਗੁੱਥੀ ਮਰ ਕੇ ਬਿਆਨਾਂ ਦੇ ਰਾਹੀਂ ਹੋ ਰਹੇ ਨੇ। ਅਜੇ ਨਵਜੋਤ ਸਿੱਧੂ ਅਜੇ ਵਿੱਚ ਕੋਈ ਪ੍ਰਤੀਕਰਮ ਨਹੀਂ ਆਇਆ ਜੀ। ਵੇਖੋ ਦੇਸ਼ ਦੀ ਸੇਵਾ ਨਾਲ ਜੁੜਿਆ ਹੋਇਆ ਮਸਲਾ ਹੈ ਤੇ ਅਸੀਂ ਆਪਣੇ ਵੱਲੋਂ ਕੋਈ ਟਿੱਪਣੀ ਕਰੀਏ ਉਹ ਤਾਂ ਸਾਨੂੰ ਹੱਕ ਨਹੀਂ ਹੈ, ਪਰ ਕੀ ਹਰ ਇੱਕ ਚੀਜ਼ ਨੂੰ ਹਰਾ ਰੰਗ ਫੇਰ ਕੇ ਤੇ ਇਦਾਂ ਦਾ 2-4 ਡੱਬੇ ਲੈ ਕੇ ਤਾਰਾਂ ਜੀਆਂ ਵਿਛਾ ਕੇ, ਹੋ ਸਕਦਾ ਹੈ ਟਿਫਨ ਬੰਬ ਹੋਵੇ, ਹੋ ਸਕਦਾ ਕਿਤੋਂ ਆਇਆ ਹੀ ਹੋਵੇ, ਕਿਤੋਂ ਇਹਨੂੰ ਲਿਆਂਦਾ ਗਿਆ ਹੋਵੇ, ਜਾਂ ਸ਼ਰਾਰਤ ਵੀ ਹੋ ਸਕਦੀ ਹੈ ਬਦਨਾਮ ਕਰਨ ਵਾਸਤੇ, ਹਲਚਲ ਪੈਦਾ ਕਰਨ ਵਾਸਤੇ। ਪਰ ਕੈਪਟਨ ਸਾਹਿਬ ਕੋ ਕੀ ਇਹਦਾ ਪ੍ਰੂਫ ਹੈ ਭਈ ਇਹ ਪਾਕਿਸਤਾਨ ਤੋਂ ਹੀ ਆਇਆ, ਸਟੈਂਪ ਉੱਥੇ ਪਾਕਿਸਤਾਨ ਦੀ ਲੱਗੀ ਹੈ? ਕਿਉਂਕਿ ਦੇਸ਼ ਦੀ ਸੁਰੱਖਿਆ ਨਾਲ ਜੁੜਿਆ ਹੋਇਆ ਮਸਲਾ ਨਾ, ਤੇ ਇਹਦਾ ਮਤਲਬ ਇਹ ਨਾ ਫਿਰ ਤੁਹਾਡੀ ਸੈਂਟਰ ਦੀ ਜਿਹੜੀ ਸਰਕਾਰ ਆ, ਬਾਰਡਰ ਸਿਕਿਉਰਿਟੀ ਫੋਰਸ ਤੇ ਤੁਸੀਂ 50 ਕਿਲੋਮੀਟਰ ਤੱਕ ਕਰਦੇ ਤੇ ਤਦ ਪੰਜਾਬ, ਤੇ ਇਹਦਾ ਮਤਲਬ ਹੁਣ ਇੱਥੇ ਤੇ ਫਿਰ ਹੁਣ ਪੰਜਾਬ ਸਰਕਾਰ ਤਾਂ ਰਹੇਗੀ ਬੇਬਸ। ਤੁਹਾਡੀ ਤੇ ਸਰਕਾਰ ਦੇ ਉੱਤੇ ਜਿਹੜਾ ਦਬਾਅ ਆ ਉਹ ਤੇ ਸੈਂਟਰ ਤੇ ਬਣਨਾ ਚਾਹੀਦਾ ਵੀ ਆਹ ਵੇਖੋ ਜੀ ਤੁਹਾਡੀ ਬਾਰਡਰ ਤੇ ਸਿਕਿਉਰਿਟੀ ਜਿਹੜੀ ਆ ਉਹ ਇੰਨੀ ਪੂਰੀ ਸਟਰੋਂਗ ਨਹੀਂ ਗੀ, ਇਸ ਤਰ੍ਹਾਂ ਦੀ ਚੀਜ਼ਾਂ ਆਉਣੀ ਸ਼ੁਰੂ ਹੋ ਗਈਆਂ ਨੇ ਇਸ ਦਾਇਰੇ 'ਚ, ਤੇ ਉਹ ਆਉਂਦੇ ਨੇ। ਜਿਵੇਂ ਬਾਦਲਾਂ ਨੇ ਇੱਕ ਵਾਰੀ ਬਾਰਡਰ ਤੇ ਜਾ ਕੇ ਆਪਣੇ ਹੀ ਫੌਜ ਦੇ ਖਿਲਾਫ ਮੁਜ਼ਾਹਰੇ ਕੀਤੇ ਸੀ, ਯਾਦ ਹੋਊਗਾ ਤੁਹਾਨੂੰ। ਠੀਕ ਹੈ ਨਾ, ਇਹ ਤਾਂ ਫਿਰ ਬੜਾ ਵੱਡਾ ਮਸਲਾ ਨਾ। ਖੈਰ ਐਨੀਵੇ, ਵੌਇਸ ਆਫ ਸਿਟੀ 1320 ਕੈਪਟਨ ਦੀ ਚੱਲ ਰਹੀ ਹੈ ਗੱਲ, ਤਾਂ ਫਿਰ ਪਟਿਆਲੇ ਰਹਿੰਦੇ ਆ, ਤੁਹਾਡਾ ਖਰਚਾ ਕੱਲ੍ਹ ਹੀ ਕਰਾਉਣਾ ਵਾ, ਬਾਦਲਾਂ ਵਾਲੇ ਪਾਸੇ ਲੈ ਕੇ ਜਾਵਾਂਗੇ ਬਾਅਦ 'ਚ ਇੱਕੋ ਵਾਰੀ। ਪਟਿਆਲੇ ਦੇ ਮੇਅਰ ਨੇ ਸੰਜੀਵ ਸ਼ਰਮਾ ਸਾਹਿਬ ਕਾਫੀ ਖੁੱਲ੍ਹ ਕੇ ਪੱਖ 'ਚ ਆਏ ਨੇ ਕੈਪਟਨ ਸਾਹਿਬ ਦੇ, ਕੀ ਕਹਿਣਾ ਚਾਹੋਗੇ? ਖੁੱਲ੍ਹ ਕੇ ਪੱਖ 'ਚ ਵੀ ਆਏ ਨੇ ਚਾਵਲਾ ਸਾਹਿਬ, ਤੇ ਉਹਨਾਂ ਨੇ ਪੂਰੇ ਹੋਰਡਿੰਗ ਲਾਏ ਨੇ ਪੂਰੇ ਪਟਿਆਲੇ ਵਿੱਚ ਚਾਵਲਾ ਸਾਹਿਬ ਦੇ ਵਿੱਚ। ਕੈਪਟਨ ਅਮਰਿੰਦਰ ਸਿੰਘ ਦੀ ਫੋਟੋ ਲਾਈ ਹੈ ਇੱਕ ਪਾਸੇ ਜੈ ਇੰਦਰ ਕੌਰ ਇਹਨਾਂ ਦੀ ਬੇਟੀ ਹੈਗੀ ਆ, ਉਹ ਅੱਜ ਕੱਲ੍ਹ ਕਾਫੀ ਸਰਗਰਮ ਹੈਗੇ ਨੇ ਪਟਿਆਲੇ ਤੋਂ, ਉਹਨਾਂ ਦੀ ਫੋਟੋ ਲੱਗੀ ਆ, ਤੇ ਇੱਕ ਪਾਸੇ ਪ੍ਰਨੀਤ ਕੌਰ ਹੈਗੀ ਆ ਕੈਪਟਨ ਦੀ ਜਿਹੜੀ ਧਰਮ ਪਤਨੀ ਹੈਗੀ ਆ ਮੈਂਬਰ ਪਾਰਲੀਮੈਂਟ, ਉਹਨਾਂ ਦੀ ਫੋਟੋ ਲਾਈ ਆ ਹੋਰਡਿੰਗ ਦੇ ਵਿੱਚ। ਇਸ ਹੋਰਡਿੰਗ ਦੇ ਵਿੱਚ ਨਾ ਤਾਂ ਪੰਜਾਬ ਦੇ ਮੁੱਖ ਮੰਤਰੀ ਦੀ ਫੋਟੋ ਹੈ ਕਿੰਨੀ ਦੀ, ਨਾ ਇਸ ਹੋਰਡਿੰਗ ਦੇ ਵਿੱਚ ਨਵਜੋਤ ਸਿੱਧੂ ਦੀ ਫੋਟੋ ਆ। ਤੇ ਪੁੱਛਿਆ ਗਿਆ ਉਹਨੂੰ ਬਿੱਟੂ ਨੂੰ, ਉਹ ਕਹਿੰਦਾ ਵੀ ਠੀਕ ਆ, ਸਾਡੇ ਇਹਨਾਂ ਨੇ ਕੰਮ ਕੀਤਾ ਇੱਥੇ ਪਟਿਆਲੇ ਦੇ ਵਿੱਚ, ਬਹੁਤ ਕੰਮ ਕੀਤਾ ਕੈਪਟਨ ਸਾਹਿਬ ਨੇ, ਇਹ ਮੈਨੂੰ ਪਤਾ, ਕਹਿੰਦਾ ਇਹਦੇ ਵਿੱਚ ਕੀ ਹਰਜੀ ਵੀ ਕੀ ਆ। ਮਤਲਬ ਜਲਾਲਪੁਰ ਹੈਗੇ MLA, ਜਲਾਲਪੁਰ ਨੇ ਕਿਹਾ, ਕਹਿੰਦੇ ਵੀ ਇਹ ਪਤਾ ਲੱਗਿਆ ਹੁਣ ਹੇਜ ਕੀ ਆ, ਕਿਹੜੇ ਪਾਸੇ ਨੂੰ ਜਾਂਦੇ ਆ, ਕਹਿੰਦਾ ਇਹਨਾਂ ਤੋਂ ਹੇਜ ਜਾ ਗਿਆ ਹੁਣ ਕੈਪਟਨ ਸਾਹਿਬ ਦੀ, ਜਦੋਂ ਕੈਪਟਨ ਸਾਹਿਬ ਹੁਣ ਮੁੱਖ ਮੰਤਰੀ ਵੀ ਹੈਗੇ, ਨਾ ਕਾਂਗਰਸ ਦੇ ਵਿੱਚ ਹੈਗੇ ਆ, ਤੇ ਇਹ ਮੇਅਰ ਕਾਂਗਰਸ ਦਾ ਹੈਗਾ, ਤੇ ਮੇਅਰ ਕਾਂਗਰਸ ਦਾ ਹੁੰਦੇ ਹੋਏ ਵੀ ਕੈਪਟਨ ਸਾਹਿਬ ਦੀਆਂ ਫੋਟੋਆਂ ਲਾ ਕੇ ਹੋਲਡਿੰਗ ਲਾ ਰਿਹਾ ਹੈ, ਇਹਦਾ ਮਤਲਬ ਦਾਲ 'ਚ ਕੁਝ ਕਾਲਾ ਹੈਗਾ। ਐਨ ਖੁੱਲ ਕੇ ਆਏ ਸਾਹਮਣੇ ਚਾਵਲਾ ਸਾਹਿਬ, ਸੰਜੀਵ ਬਿੱਟੂ ਕਹਿੰਦੇ ਸੰਜੀਵ ਸ਼ਰਮਾ ਨਾਂ ਇਹਦਾ, ਤੇ ਇਹ ਕੈਪਟਨ ਦੇ ਪੱਖ ਵਿੱਚ ਬਾਅਦ ਇੱਕ ਬੰਦਾ ਸਾਹਮਣੇ ਆਇਆ ਪੰਜਾਬ ਦੇ ਵਿੱਚੋਂ। ਚਲੋ 9058131320 905 813 1320 ਵੀਰ ਦਵਿੰਦਰ ਸਿੰਘ ਉਹਨਾਂ ਨੇ ਬੜੀ ਵਧੀਆ ਗੱਲ ਕੀਤੀ ਹੈ ਕਿ ਸਿੱਧੇ ਲਫ਼ਜ਼ਾਂ ਦੇ ਵਿੱਚ ਕਹਿ ਰਹੇ ਨੇ ਉਹ ਕਿ ਭਾਜਪਾ ਦੇ ਨਾਲ ਸਿੱਧਾ ਤੇ ਕੋਈ ਤੁਰ ਨਹੀਂ ਸੀ ਸਕਦਾ, ਪਰ ਕੈਪਟਨ ਚਿਹਰਾ ਲਿਆ ਕੇ ਤੇ ਕੁਝ ਜੇ ਤੁਰਨਾ ਚਾਹੁੰਦੇ ਨੇ ਤੇ ਵਾਇਆ ਕੈਪਟਨ ਜਾ ਸਕਦੇ ਨੇ। ਇਹ ਇੱਕ ਚਾਲ ਹੈ, ਵੀਰ ਦਵਿੰਦਰ ਹੁਣਾਂ ਨੇ ਖੁੱਲ੍ਹ ਕੇ ਜਿਹੜਾ ਹੈ ਉਹ ਉਂਗਲ ਠਾਈ ਹੈ। ਹਾਂਜੀ, ਬੜੇ ਵਧੀਆ ਸੀਨੀਅਰ ਮਤਲਬ ਨੇਤਾ ਨੇ। ਇਹ ਠੀਕ ਹੈ ਕਿ ਦਲ ਕਾਫੀ ਉਹਨਾਂ ਨੇ ਵੀ ਵਿਚਾਰਿਆਂ ਨੇ ਬਦਲੇ ਨੇ, ਪਰ
ਲਿਖਦੇ ਬੜਾ ਵਧੀਆ, ਮੈਂ ਉਹਨਾਂ ਦੀ ਕਲਮ ਦਾ ਬੜਾ ਕਾਇਲ। 905 813 1320 905813 1320 ਧਾਰਮਿਕ ਮਾਸਲਿਆਂ ਦੇ ਉੱਤੇ ਵੀ ਤੇ ਧਰਮ ਦੇ ਬਾਰੇ ਵੀ ਤੇ ਰਾਜਨੀਤਿਕ ਮਾਮਲਿਆਂ ਦੇ ਬਾਰੇ ਵੀ ਜਦੋਂ ਲਿਖਦੇ ਨੇ ਬਾਕਮਾਲ ਲਿਖਦੇ ਨੇ। ਇਹ ਗੱਲ ਠੀਕ ਆ ਕਿ ਸਾਡੀ ਕਾਫੀ ਇੰਟਰਵਿਊ 'ਚ 2 ਵਾਰੀ ਬਹਿਸ ਬਸੀਆ ਹੋ ਚੁੱਕਾ ਉਹਨਾਂ ਨਾਲ, ਤੇ ਹੁਣ ਮੈਂ ਥੋੜ੍ਹਾ ਜਿਹਾ ਇਹਨਾਂ ਦੇ ਨਾਲ ਇੰਟਰਵਿਊ ਕਰਨ ਲੱਗਿਆ ਥੋੜ੍ਹਾ ਜਿਹਾ ਕਿ ਨਾ ਛੱਡੋ ਕੀ ਬਹਿਸ ਬਸੀ, ਫਾਇਦਾ ਕੀ ਆ। ਉਹ ਪਰਨਾਲੇ ਦਾ ਕਿਹਾ ਸਿਰ ਮੱਥੇ, ਪੰਚਾਂ ਦਾ ਕਿਹਾ ਸਿਰ ਮੱਥੇ, ਪਰਨਾਲਾ ਉੱਥੇ ਦਾ ਉੱਥੇ, ਸੌਰੀ ਅੱਜ ਮੈਨੂੰ ਕੀ ਹੋ ਗਿਆ, ਉਹ ਗੱਲ ਬਣਨੀ ਤੇ ਉੱਥੇ ਐਵੇਂ ਆਪਣੀਆਂ ਹੀ ਇਹਨਾਂ ਦੇ ਨਾਲ ਸਾਡੀਆਂ ਜਿਹੜੀਆਂ ਨੇ ਉਹ ਰੰਜਿਸ਼ਾਂ ਇੱਥੋਂ ਵਾਲਿਆਂ ਦੇ ਨਾਲ ਵੀ ਤੇ ਉੱਥੋਂ ਵਾਲਿਆਂ ਦੇ ਨਾਲ ਬਿਨਾਂ ਵਜ੍ਹਾ ਤੋਂ ਵੱਧਦੀਆਂ ਜਾਂਦੀਆਂ ਨੇ। ਖੈਰ ਆਪਾਂ ਚੱਲਦੇ ਹਾਂ ਜੀ। ਬਾਦਲ ਪਰਿਵਾਰ ਨੇ ਆਪਣੀ ਦੀਵਾਲੀ ਸ਼ਹੀਦ ਕਿਸਾਨਾਂ ਨੂੰ ਸਮਰਪਿਤ ਕੀਤੀ ਹੈ। ਓਮ ਪ੍ਰਕਾਸ਼ ਚਟਾਲਾ ਪੁੱਜੇ ਨੇ ਮੌਕੇ ਤੇ, ਪਰ ਇੱਕ ਨਾ ਹਾਜਮੁਲੇ ਦੀ ਗੋਲੀ ਮੈਨੂੰ ਹਜਮ ਨਹੀਂ ਹੋ ਰਹੀ। ਫਿਰ ਉਹੀ ਆ ਗਈ ਗੱਲ, ਰਹਿਣਾ ਨਹੀਂ ਆ। ਮੈਂ ਤਾਂ ਕਈ ਵਾਰੀ ਨਵੇਂ ਸਾਲ ਦਾ ਸਲੋਗਨ ਰੱਖ ਕੇ ਰੱਖਿਆ ਆਪਣੇ ਸਾਹਮਣੇ, ਚਾਵਲਾ ਜੀ ਸ਼ਾਂਤੀ ਨਾਲ ਖਬਰਾਂ ਪੜ੍ਹੋ ਤੇ ਜਾਓ, ਬਾਕੀਆਂ ਵਾਂਗੂ ਤੁਸੀਂ ਵੀ ਧੂੜ 'ਚ ਟੱਟੂ ਡਾਓ ਤੇ ਨੋਟ ਕਮਾਓ, ਪਰ ਫੇਰ ਨਹੀਂ ਗੱਲ ਬਣਦੀ। 84 ਕਤਲੇਆਮ ਤੇ ਸੁਖਬੀਰ ਬਾਦਲ ਕਹਿੰਦੇ ਨੇ ਕਿ ਕਾਂਗਰਸ ਦਾ ਬਾਈਕਾਟ ਕਰੇ ਸਿੱਖ ਕੌਮ। ਤੁਹਾਡਾ ਕਿਉਂ ਨਾ ਕੀਤਾ ਜਾਵੇ? 84 ਕਤਲੇਆਮ ਦੀ ਜੜ ਕਿੱਥੇ ਆ? ਚਲੋ ਇੱਥੇ ਫੇਰ ਮੈਂ ਬੋਲਦਾ, ਤੁਸੀਂ ਪਹਿਲਾਂ ਬਾਦਲ ਪਰਿਵਾਰ ਨੇ ਜਿਹੜੀ ਦੀਵਾਲੀ ਸ਼ਹੀਦ ਕਿਸਾਨਾਂ ਨੂੰ ਦਿੱਤੀ, ਇੱਥੇ ਆਓ ਫਿਰ ਆਪਾਂ ਇਹ 84 ਲਈ ਜ਼ਿੰਮੇਵਾਰ ਕੌਣ ਆ? ਹਾਂਜੀ, ਚੋਰ ਨੂੰ ਨਾ ਫੜੋ, ਚੋਰ ਦੀ ਮਾਂ ਨੂੰ ਫੜਦੇ ਆਪਾਂ। ਚਲੋ ਤੁਸੀਂ ਪਹਿਲਾਂ ਉਹਦਾ ਜਵਾਬ ਦਿਓ ਮੈਨੂੰ। ਇਹ ਅਸਲ ਦੀਪਕ ਜਲਾਏ ਨੇ ਚਾਵਲਾ ਸਾਹਿਬ, ਦੀਪਮਾਲਾ ਤਾਂ ਖੈਰ ਆਪਾਂ ਕਰਦੇ ਹਾਂ ਦੀਵਾਲੀ ਨੂੰ, ਤੇ ਉਹ ਬਾਦਲ ਪਰਿਵਾਰ ਨੇ ਜਿਹੜਾ ਕਿ ਕਿਸਾਨਾਂ ਦੇ ਨਾਂ ਤੇ ਕੀਤੀ, ਜਿਹੜੇ ਸ਼ਹੀਦ ਹੋਏ ਕਿਸਾਨ ਨੇ, ਤੇ ਉਹਨਾਂ ਨੇ ਕਿਹਾ ਕਿ ਸਾਡੇ ਜਿਹੜੇ ਕਿਸਾਨ ਸੰਘਰਸ਼ ਕਰ ਰਹੇ ਆ, ਤੇ ਬੜੀ ਦੁੱਖ ਦੀ ਗੱਲ ਆ ਕਿ ਮੋਦੀ ਸਰਕਾਰ ਹਰੇ ਪਿੱਛੇ ਨਹੀਂ ਹਟ ਰਹੀ। ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਓਮ ਪ੍ਰਕਾਸ਼ ਚਟਾਲਾ ਤੇ ਬੀਬਾ ਹਰਸਿਮਰਤ ਕੌਰ ਬਾਦਲ, ਉਹਨਾਂ ਦੇ 2 ਧੀਆਂ ਸੁਖਬੀਰ ਦੀਆਂ ਤੇ ਇੱਕ ਮੁੰਡਾ ਅਨੰਤਵੀਰ, ਇਹ ਸਾਰੇ ਬਾਦਲ ਪਿੰਡ 'ਚ ਪਹੁੰਚੇ ਆ। ਉੱਥੇ ਸਾਰਿਆਂ ਨੇ ਦੀਵਾਲੀ ਮਨਾਈ ਆ, ਤੇ ਇਹ ਦੀਵਾਲੀ ਮਨਾਉਂਦੇ ਹੋਏ ਸ਼ਹੀਦ ਖਾਨਾਂ ਦਾ ਨਾਮ ਵੀ ਲਿਆ। ਓਮ ਪ੍ਰਕਾਸ਼ ਚਟਾਲਾ ਵਧਾਈ ਦੇਣ ਵਾਸਤੇ ਆਏ ਸੀਗੇ, ਉਹਨਾਂ ਦੇ ਘਰ ਜਿਹੜੀਆਂ ਕਿ ਫੋਟੋਆਂ ਨਜ਼ਰ ਆਈਆਂ ਨੇ ਚਾਵਲਾ ਸਾਹਿਬ। ਤੇ ਇਹ ਅਸਲ ਦੀਵਾਲੀ ਆ, ਕਿਸੇ ਦੇ ਨਾਂ ਤੇ ਸਮਰਪਿਤ ਕਰ ਦੋ, ਤੇ ਉਹਨੇ ਕਰਤੀ ਕਿਸਾਨਾਂ ਦੇ ਨਾਂ ਤੇ, ਵਧੀਆ ਗੱਲ ਕੀਤੀ ਆ, ਕਰਨ ਲੱਗੀਆਂ। ਵੌਇਸ ਆਫ ਸਿਟੀ 1320 AM ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਆਓ, ਸਰਦਾਰ ਸੁਖਬੀਰ ਸਿੰਘ ਬਾਦਲ ਕਹਿੰਦੇ ਨੇ ਕਿ 1984 ਦੇ ਕਤਲੇਆਮ ਦੇ ਬਾਰੇ 'ਚ ਕਾਂਗਰਸ ਦਾ ਬਾਈਕਾਟ ਕਰੇ ਸਿੱਖ ਕੌਮ। ਹੁਣ ਜਿਨ੍ਹਾਂ ਤੇ ਹਿਸਟਰੀ ਨਹੀਂ ਪੜ੍ਹੀ ਉਹ ਤਾਂ ਤੁਹਾਡੇ ਆਖੇ ਲੱਗ ਜਾਣਗੇ, ਲੱਗਣਾ ਵੀ ਚਾਹੀਦਾ ਉਹਨਾਂ ਨੂੰ, ਜਾਂ ਜਿਹੜੇ ਬੋਤਲ ਤੇ ਵਿਕਣ ਵਾਲੇ ਨੇ, ਭੁੱਕੀ ਤੇ ਵਿਕਣ ਵਾਲੇ ਨੇ, ਜਾਂ ਜਿਹਦੀਆਂ 5-7 ਵੋਟਾਂ ਨੇ ਤੁਹਾਡੇ, ਉਹ ਪ੍ਰਧਾਨ ਦੇ ਆਖੇ ਕੁਝ ਵੱਡਾ ਸਾਰਾ ਉਹਨਾਂ ਦੇ ਘਰੇ ਪਹੁੰਚ ਜਾਊਗਾ, ਉਹ ਵਿਕ ਜਾਣਗੇ। ਪਰ ਜਿਨ੍ਹਾਂ ਨੂੰ ਪਤਾ ਕਿ 1984 ਦਾ ਇਤਿਹਾਸ ਕੀ, ਉਹ ਕੱਲਾ ਕਾਂਗਰਸ ਦਾ ਬਾਈਕਾਟ ਕਿਉਂ ਕਰੇ? ਜਿਨ੍ਹਾਂ ਨਾਲ ਤੁਹਾਡਾ 9 ਮਾਸ ਦਾ ਰਿਸ਼ਤਾ ਹੈ, ਜਿਹੜੇ ਕਹਿੰਦੇ ਕਿ ਇੰਦਰਾ ਗਾਂਧੀ ਤੇ ਅਟੈਕ ਕਰਨ ਨੂੰ ਤਿਆਰ ਹੀ ਨਹੀਂ ਸੀ, ਅਸੀਂ ਕਰਵਾਇਆ, ਤੇ ਉਹ ਆਉਂਦੇ ਨੇ, ਤੁਸੀਂ ਉਹਨਾਂ ਨੂੰ ਸਰੋਪਾ ਪਾ ਦਿੰਦੇ। ਟਾਈਟਲਰ ਨੂੰ ਤੁਸੀਂ ਸਰੋਪਾ ਪਾਇਆ, ਤੁਹਾਡੇ ਚੰਡੋਕ ਨੇ, ਫੁੱਲਾਂ ਦੇ ਗੁਲਦਸਤੇ ਤੁਸੀਂ ਦਿੱਤੇ। 97 ਦੇ ਵਿੱਚ ਤੁਸੀਂ ਕਿਹਾ ਕਿ ਸਾਡੀ ਸਰਕਾਰ ਆ ਲੈਣ ਦਿਓ, ਨੌਜਵਾਨਾਂ ਨੂੰ ਝੂਠੇ ਮੁਕਾਬਲਿਆਂ ਦੇ ਵਿੱਚ ਮਾਰਨ ਵਾਲੇ, ਸ਼ਹੀਦ ਕਰਨ ਵਾਲਿਆਂ ਨੂੰ ਟੰਗਾਂਗੇ। ਤਾਂ ਗਲਤ ਸਮਝ ਗਏ ਤੁਸੀਂ, ਤੇ ਉਹਨਾਂ ਨੂੰ ਫੀਤੇ ਟੰਗਣੇ ਸੀਗੇ ਉਹਨਾਂ ਦੇ, ਤੁਸੀਂ ਤੇ ਵੱਡੇ ਵੱਡੇ ਫੀਤੇ ਲਾਏ, ਉਹਨਾਂ ਨੂੰ ਟਿਕਟਾਂ ਦਿੱਤੀਆਂ। ਆਲਮ ਸੈਨਾ ਲਾਲਾ ਕਰਦੀ ਫਿਰਦੀ ਸੀ, ਆ ਜਿਹੜਾ ਸਮੇਧ ਸੈਣੀ, ਹੋਰ ਕਿਹੜਾ ਦੱਸੀ। ਚਲੋ ਤੁਸੀਂ ਕੀ ਕਹਿਣਾ ਚਾਹੁੰਦੇ? ਦਰਬਾਰਾ ਸਿੰਘ ਗੁਰੂ ਹੋ ਗਿਆ, ਚਲੋ ਸਮੇਧ ਸੈਣੀ ਹੋ ਗਏ, ਕਿੰਨੇ ਬੰਦੇ ਨੇ ਜਿਹੜੇ ਬੰਦਿਆਂ ਨੂੰ ਉਹਨਾਂ ਨੇ ਖਿੱਚੀਆਂ ਲਾ ਕੇ ਜੇ ਕੀਤਾ। KPS ਗਿੱਲ ਦੇ ਖਿਲਾਫ ਕੁਝ ਨਹੀਂ ਕੀਤਾ, ਉਹਦੇ ਖਿਲਾਫ ਕੋਈ ਬਿਆਨ ਤੱਕ ਨਹੀਂ ਦਿੱਤਾ ਪ੍ਰਕਾਸ਼ ਸਿੰਘ ਬਾਦਲ ਨੇ KPS ਗਿੱਲ ਦੇ ਖਿਲਾਫ। ਮਤਲਬ ਕਿ ਵੀ ਇੰਨਾ ਜ਼ਿਆਦਾ ਨੇੜਤਾ ਭੁਗਤੀ ਦੇ ਭਾਵੇਂ ਦੂਰ ਰਹੇ ਨੇ ਉਹ, ਤੇ ਨੇੜਤਾ ਰਹੀ ਆ। ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ 84 ਨੂੰ ਬੜਾ ਵਰਤਿਆ ਚਾਵਲਾ ਸਾਹਿਬ, ਤੇ 84 ਨੂੰ ਪਹਿਲਾਂ ਫਿਰ ਕਾਂਗਰਸ ਨੂੰ ਕਹਿੰਦੇ ਰਹੇ ਨੇ ਕਿ ਕਾਂਗਰਸ ਸਾਡੇ ਸਿੱਖਾਂ ਦੇ ਮਾਮਲੇ ਵਿੱਚ ਦਖਲਅੰਦਾਜ਼ੀ ਕਰਦੀ ਹੈ, ਤੇ ਇਹ ਬੜੀ ਮਾਲ ਦੀ ਗੱਲ ਹੈ ਕਿ ਪੋਲੀਟਿਕਸ ਜਿਵੇਂ ਨਾ BJP ਹੁਣ ਹਿੰਦੂ ਧਰਮ ਦਾ ਪੱਤਾ ਖੇਡ ਰਹੀ ਆ, ਮੰਦਰਾਂ ਦਾ, ਅਯੁੱਧਿਆ ਦਾ, ਏਦਾਂ ਇਹਨੇ ਪ੍ਰਕਾਸ਼ ਸਿੰਘ ਬਾਦਲ ਨੇ ਬੜਾ ਵੱਡਾ ਇਹ ਪੱਤਾ ਖੇਡਿਆ ਕਾਂਗਰਸ ਦਾ। ਕਾਂਗਰਸ ਖਤਰਨਾਕ ਹੈ ਜੀ, ਕਾਂਗਰਸ ਬਹੁਤ ਗਲਤ ਹੈ ਜੀ, ਤੇ ਉਹ ਰਾਜ ਵੀ ਕਰਦੇ ਨੇ, 5 ਵਾਰ ਤੱਕ ਮੁੱਖ ਮੰਤਰੀ ਵੀ ਬਣੇ ਨੇ। ਲੋਕਾਂ ਨੇ ਪ੍ਰਵਾਨ ਵੀ ਕੀਤਾ ਪ੍ਰਕਾਸ਼ ਸਿੰਘ ਬਾਦਲ ਦੀਆਂ ਇਹਨਾਂ ਗੱਲਾਂ ਨੂੰ ਕਿ ਕਾਂਗਰਸ ਖਰਾਬ ਕਰਦੀ ਹੈ।
ਤੇ ਬਹੁਤ ਸਾਰੇ ਤਾਂ ਪੱਕੀ ਕੇ ਪੰਥਕ ਕਹਿੰਦੇ ਜੀ ਆਪਣੀ ਤਾਂ ਤੱਕੜੀ ਵਾ ਜੀ, ਆਪਾਂ ਤਾਂ ਤੱਕੜੀ ਦੀ ਵੋਟ ਪਾਉਣੀ ਆ। ਤੇ ਹੁਣ ਇਸ ਵਾਰੀ ਜਿਹੜਾ ਇਹ ਗੱਲ ਚੇਂਜ ਹੋਈ ਆ, ਬਦਲੀ ਆ ਕਿ ਤੱਕੜੀ ਨੇ ਕੰਮ ਖਰਾਬ ਕੀਤਾ, ਸਾਡੇ ਗੁਰੂ ਸਾਹਿਬ ਦੀ ਬੇਅਦਬੀ ਕਰ ਦਿੱਤੀ ਤੱਕੜੀ ਨੇ, ਇਸ ਕਰਕੇ ਹੁਣ ਤੱਕੜੀ ਨੂੰ ਵੋਟ ਨਹੀਂ ਪਾਉਣੀ ਅਸੀਂ। ਬਹੁਤ ਸਾਰੇ ਲੋਕ ਤਾਂ ਇਹੋ ਜਿਹੇ ਨੇ ਕਿ ਕਾਂਗਰਸ ਨੂੰ ਵੋਟ ਨਹੀਂ ਪਾਉਣੀ, ਤੱਕੜੀ ਨੂੰ ਵੀ ਪਾਈ, ਫਿਰ ਵੋਟ ਕਿਸੇ ਨੂੰ ਪਾਉਂਦੇ ਨਹੀਂ ਆਪਾਂ। ਏਦਾਂ ਦੇ ਲੋਕ ਵੀ ਹੈਗੇ ਆ ਪੰਜਾਬ ਦੇ ਵਿੱਚ ਹੁਣ, ਤੇ ਕਹਿੰਦੇ ਛੱਡੋ ਭਲਾ ਵੋਟ ਨਹੀਂ ਪਾਉਣੀ ਆਪਾਂ ਨੇ। ਤੇ ਇਹ ਹੁਣ ਜਿਹੜਾ ਇਹ ਰਿਹਾ ਨਾ ਹਾਲਾਤ, ਇਹ ਜਿਹੜੇ 4.5 ਸਾਲ ਪੌਣੇ 5 ਸਾਲ ਕੱਟੇ ਇਹਨਾਂ ਨੇ, ਇਸੇ ਦਾ ਜਵਾਬ ਦਿੰਦੇ ਰਹੇ ਬੇਅਦਬੀ ਅਸੀਂ ਨਹੀਂ ਕੀਤੀ। ਉਧਰ 160 ਹੋਰ ਵੱਜ ਗਈ 328 ਸਰੂਪਾਂ ਦੀ, ਉਹ ਆਪ ਲਾਪਤਾ ਹੋ ਗਏ, ਉਹਦਾ ਵੀ ਜਵਾਬ ਤਲ ਵੀ ਦਿੰਦੇ ਰਹੇ, ਭਾਵੇਂ ਕਿ ਉਹ ਮਾੜਾ ਮੋਟਾ ਝਾੜ ਝੂੜ ਗੋਂਗਲ ਜਿੱਤੀ ਕੇ ਕਰਨ ਦੀ ਕੋਸ਼ਿਸ਼ ਕੀਤੀ, ਉਹਨਾਂ ਨੇ ਫਿਰ ਖੜੇ ਨਹੀਂ ਉੱਤੇ। ਹੁਣ ਲੱਗਿਆ ਸੁਖਬੀਰ ਨੂੰ ਕਿ ਕਿਤੇ ਕੱਟ ਹੀ ਨਹੀਂ ਵੱਜ ਰਹੀ, ਉਹਨੇ ਇੱਕ ਟਿਕਾਣੇ ਸਿਰ ਮਾਰਨ ਦੀ ਕੋਸ਼ਿਸ਼ ਕੀਤੀ ਹੈ ਕਿ ਸਿੱਧੇ ਕਹਿ ਦਈਏ ਆਪਾਂ ਵੀ ਕਾਂਗਰਸ ਨੇ ਸਾਡੇ ਦਰਬਾਰ ਸਾਹਿਬ ਤੇ ਅਟੈਕ ਕਰਕੇ ਦਰਬਾਰ ਸਾਹਿਬ ਢਾਇਆ, ਸਾਡੇ ਸਿੱਖਾਂ ਜਿਹੜੇ ਸਿੱਖ ਸਾਡੇ ਹੈਗੇ ਆ ਦਿੱਲੀ ਦੇ ਵਿੱਚ, ਬਕਾਓ ਹੋਰ ਬਹੁਤ ਥਾਵਾਂ ਦੇ ਵਿੱਚ ਸਿੱਖਾਂ ਦਾ ਕਤਲੇਆਮ ਕੀਤਾ, ਟੈਰ ਪਾਈ ਗਲਾਂ ਦੇ ਵਿੱਚ। ਇਹ ਕਾਂਗਰਸ ਬਹੁਤ ਖਤਰਨਾਕ ਹੈ ਸਿੱਖਾਂ ਵਾਸਤੇ, ਇਸ ਕਰਕੇ ਕਾਂਗਰਸ ਦਾ ਸਾਰੀ ਸਿੱਖ ਕੌਮ ਬਾਈਕਾਟ ਕਰੇ, ਸਾਰੀ ਸਿੱਖ ਕੌਮ ਬਾਈਕਾਟ ਕਰੇ, ਇਹ ਸੁਖਬੀਰ ਬਾਦਲ ਨੇ ਕਿਹਾ। ਸ਼ਾਇਦ ਇਹ ਇੱਕ ਕਿਉਂਕਿ ਚੋਣਾਂ ਨੇੜੇ ਆ ਗਈਆਂ ਤੇ ਕਾਂਗਰਸ ਦਾ ਜਿਹੜਾ ਵਰਚਸਵ ਕਾਇਮ ਹੋਇਆ, ਹੋਰ ਪੰਜਾਬ ਦੇ ਵਿੱਚ ਕਾਂਗਰਸ ਸਿਸਟਮ ਵਧੀਆ, ਕਾਂਗਰਸ ਦੀ ਵੈਲਿਊ ਬਣੀ ਇਸ ਵੇਲੇ, ਤੇ ਪੰਜਾਬ ਵਿੱਚ ਕਾਂਗਰਸ ਦੇ ਪਿੱਛੇ ਇਸੇ ਕਰਕੇ ਸੁਖਬੀਰ ਬਾਦਲ ਨੇ ਵੱਡਾ ਬਿਆਨ ਦਿੱਤਾ। ਵੌਇਸ ਆਫ ਸਿਟੀ 1320 AM ਤੇ ਇੱਕ ਦਰਖਤ ਹੈ, ਸਿੱਖੀ ਦਾ ਬੂਟਾ ਹੈ, ਤੇ ਇਸ ਬੂਟੇ ਦੇ ਮੇਰੇ ਖਿਆਲ 'ਚ ਹੁਣ ਜਿਹੜੀਆਂ ਸ਼ਾਖਾਵਾਂ ਨਵੀਆਂ ਜਿਹੜੀਆਂ ਪੁੰਗਰੀਆਂ ਨੇ ਨਾ, ਇਹ ਬੜੀ ਵਾਰੀ ਜੜ੍ਹਾਂ ਤੋਂ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ, ਬੜੀ ਵਾਰੀ ਇਹਨੂੰ ਕੱਟਿਆ ਗਿਆ, ਬੜੀ ਵਾਰੀ ਛਾਂਗਿਆ ਗਿਆ, ਪਰ ਇਹ ਉਹ ਆ ਕਿ ਇਹਨੂੰ ਜਿੰਨਾ ਛਾਂਗ ਦੋ ਓਨਾ ਹੀ ਵਾਧਾ ਫੁੱਲਦਾ ਹੈ। ਹਾਂਜੀ, ਇਹਦੀਆਂ ਸ਼ਾਖਾਵਾਂ ਉਨੀਆਂ ਵੱਧਦੀਆਂ ਫੁੱਲਦੀਆਂ ਨੇ, ਪਰ ਮੈਨੂੰ ਲੱਗਦਾ ਕਿ ਇਹਦੀਆਂ ਸ਼ਾਖਾਵਾਂ ਨੂੰ ਪਤਾ ਲੱਗ ਗਿਆ ਕਿ ਜਿਹੜਾ ਆਰਾ ਨਾ ਉਹਦੇ ਉੱਤੇ ਵੀ ਜਿਹੜਾ ਲੱਕੜ ਹੈ ਦੋਨਾਂ ਪਾਸਿਆਂ ਤੋਂ ਲੱਗੀ ਹੁੰਦੀ ਹੈ, ਹੱਥ ਨਾਲ ਫੇਰਦੇ ਨਾ ਆਰਾ, ਇੱਧਰ ਵੀ ਲੱਕੜ ਲੱਗੀ ਹੁੰਦੀ ਹੈ, ਕਿੱਡੀ ਤਰਾਸਦੀ ਹੈ, ਉਸੇ ਆਰੇ ਨੇ ਚੀਰੀ ਹੁੰਦੀ ਹੈ ਲੱਕੜ, ਉਹਦੇ ਹੀ ਕੱਟ ਕਾ ਦਸਤਾ ਬਣਾਇਆ ਹੁੰਦਾ। ਤੇ ਜਿਹੜੀ ਇੱਕ ਕਹਿੰਦੇ ਹੁੰਦੇ ਆ ਜਿਹੜੀ ਮਾਰਦੇ ਆਪਾਂ ਲੱਕੜ ਦੇ ਉੱਤੇ ਟਕਵਾ ਜਾਂ ਦੂਜੀ ਜਿਹੜੀ ਹੁੰਦੀ ਆ ਕੱਟਣ ਵਾਲੀ, ਉਹਨੂੰ ਵੀ ਲੱਕੜ ਦਾ ਦਸਤਾ ਹੁੰਦਾ। ਪਰ ਉਹ ਹੁਣ ਦਸਤੇ ਮੈਨੂੰ ਲੱਗਦਾ ਲੱਕੜ ਦੇ ਹੁਣ ਸਮਝਦੇ ਜਾ ਰਹੇ ਨੇ ਆ ਜਿਹੜੀਆਂ ਚਾਲਾਂ ਕਿ 84 ਕਤਲੇਆਮ ਤੇ ਬਾਕੀ ਜਿਹੜੇ ਕਤਲੇਆਮ ਹੋਏ ਆ ਤੁਹਾਡੇ ਰਾਜ ਦੇ ਵਿੱਚ, ਜਿਹੜੇ ਕਤਲੇਆਮ ਹੋਏ ਆ, ਸਵਾਲ ਆ ਵੈਸੇ, ਚਲੋ ਸਾਡਾ ਕੋਈ ਇਹ ਨਹੀਂ ਆ ਕਿ ਪਰਸਨਲ ਸਵਾਲ ਹੈ, ਇਤਿਹਾਸ ਚ ਦਰਜ ਹੈ। 13 ਸਿੱਖ ਮਾਰੇ ਨੇ ਨਿਰੰਕਾਰੀ ਦੇ ਚਾਵਲਾ ਸਾਹਿਬ, ਤੇ ਉਸ ਨਿਰੰਕਾਰੀ ਨਕੋਦਰ ਕਾਂਡ ਆ ਜਾਓ ਤੁਸੀਂ, ਉਧਰ ਕਾਂਡ ਆ ਗਿਆ, ਕਿੰਨੇ ਕਾਂਡ ਨੇ ਬਾਪਰੇ, ਹੋਰ ਕਿੰਨੇ ਕੁ ਗਿਣਾ ਦੀਏ, ਚਲੋ ਸਾਰੇ ਦਕਦਮ ਗਿਣਾਉਣ ਲੱਗੇ ਤੇ ਮੈਂ ਕਿਹਾ 2-4 ਘੰਟੇ ਤੇ ਥੋੜੇ ਸਾਡੇ ਕੋਲ। ਇੱਕ ਪ੍ਰਾਪਤੀ ਦੱਸੋ ਕਿ ਸਿੱਖ ਕੌਮ ਲਈ ਸਭ ਤੋਂ ਵੱਡੀ ਪ੍ਰਾਪਤੀ ਕਿਹੜੀ ਆ? ਸ਼੍ਰੋਮਣੀ ਅਕਾਲੀ ਦਲ ਦੇ ਰਾਜ ਦੇ ਵਿੱਚ ਸਭ ਤੋਂ ਵੱਡੀ ਸਿੱਖ ਕੌਮ ਦੀ ਪ੍ਰਾਪਤੀ ਕਿਹੜੀ ਹੋਈ ਹੈ? ਇਹ ਵੀ ਪ੍ਰਾਪਤੀ ਵੀ ਨਾਲ ਕਿੰਨੀ ਪੁੱਛੀ ਜਾਣੀ ਚਾਹੀਦੀ ਹੈ ਕਿ ਨਹੀਂ ਪੁੱਛੀ ਜਾਣੀ ਚਾਹੀਦੀ? ਬਾਕੀ ਮੈਂ ਨਹੀਂ ਕਹਿੰਦਾ, ਅਖਬਾਰਾਂ ਆਰਟੀਕਲ ਪੜ੍ਹ ਕੇ ਵੇਖ ਲਓ ਤੁਸੀਂ, ਨਗਾਰ ਜਿੰਨਾ ਆਇਆ ਵਾ ਉਹ ਪਹਿਲਾਂ ਨਹੀਂ ਆਇਆ। ਸੋਚਾਂ ਖਤਮ ਕਰ ਦਿੱਤੀਆਂ ਗਈਆਂ, ਜਜ਼ਬੇ ਖਤਮ ਕਰ ਦਿੱਤੇ ਗਏ। ਵੌਇਸ ਆਫ ਸਿਟੀ 1320 AM, ਚਾਵਲਾ ਨਿਊਜ਼ ਨੈਟਵਰਕ, ਟੋਰਾਂਟੋ। 84 ਦੀ ਗੱਲ ਕਰਦੇ ਹੋ ਜਦੋਂ ਤੁਹਾਡਾ ਰਾਜ ਸੀ 2015 ਦੇ ਵਿੱਚ, ਉਦੋਂ ਇਹਨਾਂ ਦਿਨਾਂ ਦੇ ਵਿੱਚ ਲੋਕ ਆਪਣੇ ਘਰਾਂ ਦੇ ਵਿੱਚ ਦੀਵੇ ਨਹੀਂ ਜਗਾਉਂਦੇ, ਤੇ ਤੁਸੀਂ ਲਿਆ ਕੇ ਤੇ ਉੱਥੇ ਇੱਕ ਮੁੰਬਈ ਤੋਂ ਫਿਲਮੀ ਐਕਟਰਸਾਂ ਦੇ ਨਾਲ ਉਦੋਂ ਉੱਥੇ ਕਬੱਡੀ ਦੇ ਟੂਰਨਾਮੈਂਟ ਕਰਾ ਰਹੇ ਸੀਗੇ ਤੇ ਡਾਂਸ ਕਰਾ ਸੀ ਵੱਡੇ ਵੱਡੇ, ਯਾਦ ਆ? ਸਵਾਲ ਹੀ ਉੱਠਣਗੇ ਨਾ ਤੁਹਾਡੇ ਰਾਜ ਦੇ ਵੇਲੇ, ਕੋਈ ਤੁਸੀਂ ਤਾਂ ਭੁੱਲ ਗਏ, ਪਰ ਜਿਹੜੇ ਜਿਨ੍ਹਾਂ ਨੇ ਅੰਦਰ ਮਾੜਾ ਮੋਟਾ ਹਿਰਦਾ ਹੈਗਾ ਰੱਖਦੇ, ਉਹ ਤਾਂ ਨਹੀਂ ਭੁੱਲਣਗੇ ਨਾ। ਸਾਰਾ ਸਿੱਖ ਕੌਮ ਕਿਵੇਂ ਬਾਈਕਾਟ ਕਰ ਸਕਦਾ ਕਾਂਗਰਸ ਦਾ, ਦੱਸੋ ਤੁਸੀਂ, ਤੁਹਾਡੇ ਆਖੇ ਕਿਉਂ ਵੱਡੀ ਸਾਹਿਬ? ਸੌਰੀ ਕਿਦਾ ਸਾਹਿਬ, ਕੀ ਮਤਲਬ ਕੀ ਕਹਿਣਾ ਚਾਹੋਗੇ ਤੁਸੀਂ ਇਹਦੇ ਬਾਰੇ? ਚਲੋ ਆਪਾਂ ਕਾਲ ਲੈ ਲਈਏ। ਇਹ ਤਾਂ ਪੂਰਾ ਤਾਂ ਮਤਲਬ ਕਿ ਹੋ ਗਿਆ ਹੁਣ, ਇਸ ਤੇ ਅੱਗੇ ਸਾਰਾ ਕੁਛ ਤਾਂ ਨਕੋਦਰ ਤੋਂ ਲੈ ਕੇ ਨਿਰੰਕਾਰੀ ਤੱਕ ਕਿੰਨੇ ਦਾ ਕਾਂਡ ਹੈਗਾ ਜਿਹੜੇ ਕਿ ਨਾਲ ਪੈ। ਸੌਦਾ ਸਾਧ ਵਾਲਾ ਮਸਲਾ ਲੈ ਲਓ ਤੁਸੀਂ, ਬਰਗਾੜੀ ਵਾਲਾ ਮਸਲਾ ਲੈ ਲਓ, ਤੁਹਾਡੇ ਰਾਹ ਚ ਅਣਪਛਾਤੀ ਪੁਲਿਸ ਹੋਵੇ, ਤੁਹਾਨੂੰ ਨਾ ਸਵਾਲ ਉੱਠਣ। ਹਾਂਜੀ ਵੈਲਕਮ। ਹੈਲੋ ਸਤਿ ਸ਼੍ਰੀ ਅਕਾਲ ਚਾਵਲਾ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਚਾਵਲਾ, ਜਿਹੜਾ ਇਹਨਾਂ ਨੂੰ ਤਾਂ ਪਤਾ ਨਹੀਂ ਕਿਹੜੇ ਮੂੰਹ ਨਾਲ ਕਹਿੰਦੇ ਜਿਵੇਂ ਹੁਣ ਸੈਣੀ ਜਿਹੜਾ ਲਾਇਆ ਸੀ, ਉਹ ਤਾਂ ਜਿਹੜਾ ਮਤਲਬ ਮੈਂਬਰ ਪੰਚਾਇਤ ਕੋਈ ਰਾਜਨੀਤੀ ਕਰਦਾ ਹੋਊ ਉਹਨੂੰ ਵੀ ਐਂ ਪਤਾ ਹੋਊ ਵੀ ਯਾਰ ਮੈਂ ਕਿੱਡਾ ਡਿਸੀਜਨ ਗਲਤ ਲੈਣ ਲੱਗ ਰਿਹਾ, ਉਹ ਲੱਗਦਾ ਹੱਸਦੇ ਹੋਣਗੇ ਮੈਨੂੰ ਲੱਗਦਾ ਹੈ ਵੀ
ਵੀ ਆ ਲਾਤਾ ਇੰਨਾ ਲੂਣ ਜਿਵੇਂ ਪਾਇਆ। ਦੂਜੀ ਗੱਲ ਬਰਗਾੜੀ, ਉਹ ਮੁੰਡੇ ਚੱਕ ਕੇ ਕਿਵੇਂ ਸਰਸੇ ਵਾਲੇ ਨੂੰ ਮਾਫ ਕਰਕੇ ਅਕਾਲ ਤਖਤ ਜੀ ਘਰੇ ਸੱਦੇ। ਯਾਨੀ ਉਹ ਹੋਰ ਕਿਹੜੀਆਂ ਚੀਜ਼ਾਂ ਜਿਹੜੀਆਂ ਇਹਨਾਂ ਦੀਆਂ ਵੀ ਬੰਦਾ ਸੈਣੀ ਵਾਲਾ ਤਾਂ ਯਾਨੀ ਐਂਡ ਸੀ, ਉਦੋਂ ਬਾਅਦ ਤਾਂ ਕੀ ਹੋ ਸਕਦਾ। ਪੁੱਲੇ ਨਾਲ ਉਹਦੀ ਯਾਰੀ, ਉਹ ਯਾਰ ਸ਼ਰੇਆਮ ਪੁੱਲੇ ਦੇ ਨਾਲ ਤੁਸੀਂ ਦੇਖ ਲਓ। ਹਾਂਜੀ ਹਾਂ, ਉਹਨੂੰ ਸ਼ਹਿ ਕਿਹਦੀ ਸੀ? ਕੀ ਕੀਤਾ ਤੁਸੀਂ? ਤੁਹਾਡੇ ਰਾਜ ਪੁੱਲੇ ਨੂੰ ਕੀ ਕੀਤਾ ਦੱਸੋ। ਉਹੀ ਉਹਦੇ ਨਾਲ ਉਹਦੀ ਯਾਰੀ, ਸਭ ਕੁਝ ਪਤਾ। 13-14 ਬੰਦੇ ਇੱਕ ਘਰ ਦੇ ਅੱਗ ਲਾ ਕੇ ਫੂਕ ਤੇ ਉਹਨਾਂ ਦਾ ਵਿਚਾਰੇ ਔਕ ਸੌਕ ਨਹੀਂ, ਉਹਨੂੰ ਡੀਜੀਪੀ ਲਾਈ ਜਾਂਦੇ ਆ। ਵੀ ਕੀ ਸਿੱਖੀ ਬਾਰੇ ਸੋਚਦੇ ਆ ਤੁਸੀਂ? ਸਮਝ ਨਹੀਂ ਆਉਂਦੀ। ਮਿਹਰਬਾਨੀ ਜਨਾਬ, ਥੈਂਕ ਯੂ। ਵੌਇਸ ਆਫ ਸਿਟੀ 1320 AM 905 813 1320। ਆਖਰੀ ਕੁਐਸਚਨ ਹੈ। ਚਲੋ ਸਰਦਾਰ ਸੁਖਬੀਰ ਸਿੰਘ ਬਾਦਲ ਹੁਣਾਂ ਨੇ ਆਪਣਾ ਰਾਜਨੀਤਿਕ ਪੈਂਤੜਾ ਜਿਹੜਾ ਖੋਲਿਆ, ਸਾਡਾ ਇੱਥੇ ਇੱਕ ਹੀ ਹੈ ਕਿ ਐਨਾਲਿਸਿਸ ਕੀਤਾ ਜਾ ਰਿਹਾ ਕਿ ਤੁਹਾਡੇ ਰਾਜ ਦੇ ਵਿੱਚ ਜੋ ਕੁਝ ਹੋਇਆ ਉਹਨੂੰ ਅਸੀਂ ਕਿਵੇਂ ਭੁੱਲ ਜਾਈਏ, ਉਹਨੂੰ ਸਿੱਖ ਕੌਮ ਕਿਵੇਂ ਭੁੱਲ ਜਾਵੇ। ਹਾਂਜੀ, ਉਹਨੂੰ ਕਿਵੇਂ ਅੱਖਾਂ ਤੋਂ ਪਰੋਖਾ ਕੀਤਾ ਜਾ ਸਕਦਾ। ਗੁਰੂਗ੍ਰਾਮ ਦੇ ਵਿੱਚ ਦੀਵਾਲੀ ਦੀ ਪੂਜਾ ਕਰਦੇ ਸਾਬਕਾ ਸਰਪੰਚ ਤੇ ਪਰਿਵਾਰ ਮੈਂਬਰਾਂ ਤੇ ਗੋਲੀਆਂ ਚਲਾਈਆਂ ਗਈਆਂ ਨੇ। ਬੜੀ ਦੁਖਦਾਈ ਖਬਰ ਹੈ। 3 ਪਰਿਵਾਰਕ ਮੈਂਬਰਾਂ ਦੀ ਮਾਰੇ ਜਾਣ ਦੀ ਖਬਰ ਹੈ। ਕੀ ਕਹਿਣਾ ਚਾਹੋਗੇ? ਕੀ ਹੈ ਮਾਮਲਾ? ਗੁਰੂਗ੍ਰਾਮ ਦੇ ਵਿੱਚ, ਗੁੜਗਾਉਂ ਦੇ ਵਿੱਚ ਚਾਵਲਾ ਸਾਹਿਬ ਇਹ ਕੰਮ ਘਟਨਾ ਵਾਪਰਿਆ। ਪਤਾ ਨਹੀਂ ਕੌਣ ਬੰਦੇ ਜਿੱਥੇ ਖੜੇ ਨਹੀਂ ਗਏ। ਅਚਾਨਕ ਹੀ ਸਾਬਕਾ ਸਰਪੰਚ ਸੀਗੇ, ਅਚਾਨਕ ਹੀ ਉਹ ਦੀਵਾਲੀ ਦੀ ਪੂਜਾ ਕਰ ਰਹੇ ਸੀਗੇ, ਅਚਾਨਕ ਹੀ ਬੰਦੇ ਆਏ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰਤੀਆਂ। 3 ਬੰਦੇ ਦੀ ਮੌਤ ਹੋ ਚੁੱਕੀ ਹੈ ਤੇ ਸਮਝ ਨਹੀਂ ਅਜੇ ਤੱਕ ਕੌਣ ਆਇਆ, ਕੌਣ ਕਿਸੇ ਨੇ ਮਾਰਿਆ, ਕਿਸੇ ਨੇ ਨਹੀਂ ਕੀਤਾ, ਪਰ ਪੁਲਿਸ ਪੜਤਾਲ ਕਰ ਰਹੀ ਹੈ। ਇੱਕ ਗੁੜਗਾਉਂ ਦੀ ਖਬਰ ਇੱਕ ਹੋਰ ਵੀ ਹੈ ਚਾਵਲਾ ਸਾਹਿਬ, ਆਪਾਂ ਪਹਿਲਾਂ ਹੀ ਬੋਲੀ ਸੀਗੀ। ਉਹ ਖਬਰ ਇਹ ਹੈ ਕਿ ਗੋਵਰਧਨ ਪੂਜਾ ਜਿੱਥੇ ਨਾ ਖੁੱਲੇ ਵਿੱਚ ਨਮਾਜ਼ ਪੜ੍ਹਦੇ ਹੁੰਦੇ ਸੀ ਮੁਸਲਮਾਨ, ਉਸੇ ਥਾਂ ਦੇ ਉੱਪਰ ਹਿੰਦੂਆਂ ਨੇ, ਵਿਸ਼ਵ ਹਿੰਦੂ ਪ੍ਰੀਸ਼ਦ ਨੇ ਤੇ ਇਹਨਾਂ ਨੇ ਇਕੱਠੇ ਹੋ ਕੇ ਗੋਵਰਧਨ ਪੂਜਾ ਕੀਤੀ ਆ। ਹੁਣ ਨਹੀਂ ਉੱਥੇ ਕੋਈ ਪ੍ਰੋਬਲਮ ਆਈ। ਕਹਿੰਦੇ ਸੀ ਜੀ ਦਿੱਕਤ ਆਉਂਦੀ ਆ, ਉਰੇ ਲੋਕਾਂ ਦੇ ਵਿੱਚ ਖਲਲ ਪੈਂਦਾ ਜਦੋਂ ਨਮਾਜ਼ ਪੜ੍ਹਦੇ ਆ। ਇਹ ਜਦੋਂ ਗੋਵਰਧਨ ਪੂਜਾ ਕੀਤੀ ਆ ਉੱਥੇ ਸੈਂਕੜੇ ਬੰਦੇ ਇਕੱਠੇ ਹੋ ਕੇ, ਉਦੋਂ ਨਹੀਂ ਆਈ। 37 ਦੇ ਕਰੀਬ ਥਾਵਾਂ ਦੇ ਵਿੱਚ ਉੱਤੇ ਨਮਾਜ਼ ਪੜ੍ਹਦੇ ਨੇ ਮੁਸਲਮਾਨ ਖੁੱਲੇ ਵਿੱਚ। ਕੋਈ 15-20 ਮਿੰਟ ਦੀ ਹੁੰਦੀ ਹੈ ਉਹ, ਤੇ ਉਸ ਨੂੰ ਰੋਕਣ ਵਾਸਤੇ ਜ਼ੋਰ ਲਾਇਆ ਪਿਆ ਵਿਸ਼ਵ ਹਿੰਦੂ ਪ੍ਰੀਸ਼ਦ ਨੇ ਤੇ ਇਹਨਾਂ ਨੇ, ਹਿੰਦੂਆਂ ਨੇ ਜਿਹੜੇ ਹਿੰਦੂਤਵ ਵਾਲੇ ਹੈਗੇ ਨੇ, ਤੇ ਵੀ ਖਤਮ ਕਰਨ ਵਾਸਤੇ ਤਕੜੇ ਦਾ 37-100। ਤੇ ਇਸ ਕਰਕੇ ਵੀ ਕੀ ਇੱਥੇ ਹੁਣ ਨਮਾਜ਼ ਨਹੀਂ ਪੜ੍ਹੀ ਜਾਏਗੀ। ਬਸ ਸਿਰਫ ਇਹ ਆ ਗਈ ਵੀ ਇੱਥੇ ਨਹੀਂ ਨਮਾਜ਼ ਪੜ੍ਹਨ ਦੇ, ਅਸੀਂ ਗੋਵਰਧਨ ਪੂਜਾ ਕਰ ਸਕਦੇ ਹਾਂ, ਸਾਡੀ ਮਰਜ਼ੀ ਆ। ਇਹ ਹੈ ਨਹੀਂ। ਮੈਂ ਤੇ ਕੱਲ ਵੀ ਗੱਲ ਕੀਤੀ ਸੀ ਕਿ ਕੱਲੋ ਹਿੰਦੂ ਭਾਈਚਾਰਾ ਹੀ ਕਿਉਂ, ਉੱਥੇ ਇੱਕ ਗੁਲਦਸਤਾ ਭਾਰਤ ਦੇ ਵਿੱਚ ਵੱਖ-ਵੱਖ ਧਰਮਾਂ ਦਾ, ਵੱਖ-ਵੱਖ ਮਜ਼ਹਬਾਂ ਦਾ ਜਿਹੜਾ ਹੈ ਉਹ ਵਸਦਾ। ਸਾਡੇ ਜਦੋਂ ਹੁਣ ਗੁਰੂ ਨਾਨਕ ਮਹਾਰਾਜ ਦਾ ਗੁਰਪੁਰਬ ਆਉਣਾ ਨਾ, ਤੁਸੀਂ ਦੇਖਿਓ ਸੜਕਾਂ ਮੱਲ ਕੇ ਰੈਣ ਸਬਾਈ ਕੀਰਤਨ ਹੋਣੇ ਰੈਣ ਸਬਾਈ ਕੀਰਤਨ ਹੁੰਦੇ ਆ ਹਰ ਸ਼ਹਿਰ ਦੇ ਵਿੱਚ, ਹਰ ਸ਼ਹਿਰ ਦੇ ਇਲਾਕੇ ਮਤਲਬ ਬੰਨੇ ਹੁੰਦੇ ਆ, ਕਸਬਿਆਂ 'ਚ ਹੁੰਦੇ ਆ, ਤੇ ਐਨ ਸੜਕ ਮੱਲੀ ਹੁੰਦੀ ਆ। ਕਈ ਵਾਰੀ ਕਈ ਉਬੜ ਬੰਦਾ ਰਾਤ ਬਰਾਤੇ ਆ ਰਿਹਾ ਹੁੰਦਾ, ਤੁਹਾਨੂੰ ਪਤਾ ਹੀ ਨਹੀਂ ਹੁੰਦਾ ਕਿ ਮੈਂ ਕਿਹੜੇ ਰਸਤੇ ਥਾਰੀ ਹੋਰ ਜਾਣਾ, ਵਿਚਾਰਾ ਉੱਥੇ ਸਟਕ ਹੋ ਕੇ ਬੈਠਾ ਹੁੰਦਾ। ਪਰ ਉੱਥੋਂ ਉਧਰ ਮਤਲਬ ਉਹਨਾਂ ਨੂੰ ਹਾਕਿਆ, ਚਾਹੇ ਉਹ ਜਾਗਰਣ ਹੋ ਰਿਹਾ ਹੋਵੇ, ਚਾਹੇ ਉੱਥੇ ਅਖੰਡ ਪਾਠ ਸਾਹਿਬ ਰੱਖਿਆ ਹੋਵੇ, ਚਾਹੇ ਉੱਥੇ ਲੰਗਰ ਲੱਗਾ ਹੋਵੇ। ਤੇ ਜੇ ਕੋਈ 15 ਮਿੰਟ ਉਸੇ ਹੀ ਦੇਸ਼ ਦੇ ਵਿੱਚ ਉਹਨਾਂ ਦੇ ਵੱਡ ਵਡੇਰਿਆਂ ਨੇ ਵੀ ਕੁਰਬਾਨੀਆਂ ਕਰਕੇ ਦੇਸ਼ ਨੂੰ ਆਜ਼ਾਦ ਕਰਵਾਇਆ। ਹੁਣ ਚਲੋ ਇੱਕ ਵੱਖਰੀ ਗੱਲ ਆ, ਜਿਹੜੇ ਪੁਰਾਣੇ ਹਿਸਟਰੀ ਜਿਹੜੀ ਹੋਈ ਆ ਉਹ ਵੀ ਹੋਈ ਆ, ਪਰ ਉਦੋਂ ਬਾਅਦ ਉਹਨਾਂ ਦੀਆਂ ਗਤੀਵਿਧੀਆਂ ਤੇ ਤੁਸੀਂ ਨਿਗਾਹ ਮਾਰੋ, ਉਹਦੇ ਨਾਲ ਹੋ ਸਕਦਾ ਕਿ ਸਾਡੇ ਆਪਣੇ ਜਿਹੜੇ ਨੇ ਉਹ ਉਹਨਾਂ ਦੀਆਂ ਗਤੀਵਿਧੀਆਂ ਜ਼ਿਆਦੀਆਂ ਖਰਾਬ ਹੋਣ। ਹਨ ਪਰ ਉਸ ਦੇਸ਼ ਦੇ ਬਸ਼ਿੰਦੇ ਨੇ, ਉਸ ਦੇਸ਼ ਦੇ ਉਹਨਾਂ ਦੇ ਵਿੱਚੋਂ ਦੇਸ਼ ਦਾ ਰਾਸ਼ਟਰਪਤੀ ਡਾਕਟਰ ਅਬਦੁਲ ਕਲਾਮ ਕਿੱਡੀ ਵੱਡੀ ਦੇਣ ਦੇ ਕੇ ਗਿਆ ਭਾਰਤ ਨੂੰ। ਫਿਰ ਇਵੇਂ ਇਹ ਗੱਲ, ਇਹ ਫਿਰ ਤਰਾਜੂ ਸਹੀ ਹੈ ਨਹੀਂ ਨਾ। ਫਿਰ ਜਦੋਂ ਰਿਪੋਰਟਾਂ ਜਾਂਦੀਆਂ ਨੇ ਵੱਡੇ ਯੂਐਨਓ ਤੱਕ, ਤੇ ਫਿਰ ਅਸੀਂ ਉੱਥੇ ਤਰਲੋ ਮੱਛੀ ਹੁੰਦੇ ਹਾਂ ਵੀ ਨਹੀਂ ਜੇ ਗਲਤ ਰਿਪੋਰਟ ਹੈ। ਫਿਰ ਕਿਸ ਆਧਾਰ ਨਾਲ ਅਸੀਂ ਕਹਿ ਸਕਦੇ ਹਾਂ ਗਲਤ ਰਿਪੋਰਟ? ਹੁਣ ਜੋਗੀ ਹੁਣਾਂ ਦਾ ਬਿਆਨ ਤੁਹਾਨੂੰ ਨਹੀਂ ਲੱਗਦਾ ਕਿ ਉਹਦਾ ਉਲੱਥਾ ਵੱਖ-ਵੱਖ ਭਾਸ਼ਾਵਾਂ ਦੇ ਵਿੱਚ ਹੋਵੇਗਾ, ਵੱਖ-ਵੱਖ ਅਖਬਾਰਾਂ ਲਿਖਣਗੀਆਂ? ਉਹ ਤਾਂ ਵੱਖ-ਵੱਖ ਭਾਸ਼ਾਵਾਂ ਦੇ ਵਿੱਚ, ਉਰਦੂ ਦੇ ਵਿੱਚ ਵੀ ਛਪਣਾ, ਉਹਨੇ ਪਸ਼ਤੋ 'ਚ ਵੀ ਛਪਣਾ, ਉਹਨੇ ਗੁਜਰਾਤੀ ਬੰਗਾਲੀ 'ਚ ਵੀ ਛਪਣਾ, ਉਹਨੇ ਮਦਰਾਸੀ 'ਚ ਵੀ ਛਪਣਾ, ਉਹਨੇ ਵੱਖ-ਵੱਖ ਜਿੱਥੇ ਮੁਸਲਮਾਨ ਭਾਈਚਾਰਾ ਨੇ ਉਹਨਾਂ ਦੀਆਂ ਅਖਬਾਰਾਂ ਦੇ ਮਾਲਕ ਵੀ ਤਾਂ ਇਹੋ ਜਿਹੀ ਖਬਰ ਲੱਭਦੇ ਨੇ ਵੀ ਸਾਡੀ TRP ਵਧੇ। ਕੱਲਾ ਭਾਰਤ ਦਾ ਮੀਡੀਆ ਤੇ ਨਹੀਂ ਨਾ, ਅਸੀਂ ਤਾਂ ਨਹੀਂ ਨਾ ਇਹ ਗੱਲ ਡਿਸਕਸ ਕਰਦੇ। ਉਹਨਾਂ ਨੇ ਵੀ ਕਹਿਣਾ ਕਿ ਸਾਡੀ ਹਰ ਲੈਂਗੁਏਜ ਦੇ ਵਿੱਚ ਜੋਗੀ ਹੁਣਾਂ ਦੀ ਆਹ ਜਿਹੜੀ ਖਤਰਨਾਕ ਸਪੀਚ ਹੈ ਇਹਦਾ ਉਹ ਲੱਥਾ ਕਰੋ ਤੇ ਲਿਖੋ, ਤੇ ਬਲਕਿ ਭਾਂਬੜ ਮਚਾਓ, ਹਿੰਟ ਵੱਖਰਾ ਬਣਾਓ
ਤਾਂ ਕਿ ਲੋਕਾਂ ਦੇ ਵਿੱਚ ਰੋਹ ਪ੍ਰਗਟ ਹੋਵੇ। ਤੇ ਇਹ ਇੱਕ ਰਿਪੋਰਟਾਂ ਬਣਦੀਆਂ ਨੇ, ਇਵੇਂ ਰਿਪੋਰਟ ਤਿਆਰ ਹੁੰਦੀ ਹੈ ਨਾ। ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਵੈਰੀ ਮੱਚ। ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।